ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਕੱਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ, ਭਾਵ ਜਿਹਦੇ ਉੱਪਰ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਹੈ, ਜੋ ਰਜਗੁਣ, ਤਮਗੁਣ, ਸਤਗੁਣ ਦੇ ਵਿੱਚ ਜੀ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਇਸ ਸੰਸਾਰ ਦੇ ਜੀਵਾਂ ਨੂੰ ਤ੍ਰੈ ਗੁਣੀ ਮਾਇਆ ਤੋਂ ਬਚਾ ਕੇ ਨਿਰੰਕਾਰ ਦੇ ਨਾਲ ਜੁੜਨ ਵਾਸਤੇ ਰੱਬੀ ਬਾਣੀ ਸੱਚੇ ਨਾਮ ਦਾ ਹੋਕਾ ਦੇ ਰਹੇ ਨੇ, ਜਿਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਵਹੋ ਸੱਚੀ ਬਾਣੀ, ਬਾਣੀ ਤਾਂ ਗਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਉਹ ਸਿਰਮੌਰ ਬਾਣੀ ਹੈ ਜਿਹਨੂੰ ਪੜ੍ਹਿਆਂ, ਸੁਣਿਆਂ, ਵਿਚਾਰਿਆਂ, ਹਿਰਦੇ ਦੇ ਵਿੱਚ ਵਸਾਇਆਂ ਤ੍ਰੈ ਗੁਣੀ ਮਾਇਆ ਤੋਂ ਛੁਟਕਾਰਾ ਹੋ ਸਕਦਾ ਹੈ, ਜਿਹਨੇ ਜਨਮ ਲੈਂਦਿਆਂ ਹੀ ਸਾਡੇ ਤੇ ਅਸਰ ਕਰ ਦਿੱਤਾ, ਪ੍ਰਭਾਵ ਪਾ ਦਿੱਤਾ। ਜੇ ਇਹਦੇ ਅਸਰ ਵਿੱਚੋਂ ਦੀ ਅਸੀਂ ਨਿਕਲ ਸਕਦੇ ਹਾਂ ਤੇ ਉਹ ਹੈ ਬਾਣੀਆਂ ਸਿਰ ਬਾਣੀ। ਕਿਉਂਕਿ ਜਨਮ ਲੈਂਦਿਆਂ ਸਾਡੀ ਹਾਲਤ ਸੀ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਥਾਂ ਆ ਕੇ ਬੈਠੇ ਨੇ। ਇੱਥੋਂ ਦੇ ਜਿਹੜੇ ਲੋਕ ਨੇ ਉਹ ਜਨਮ ਵੇਲੇ ਰੋਂਦੇ ਨੇ ਤੇ ਮੌਤ ਵੇਲੇ ਹੱਸਦੇ ਨੇ। ਪਰ ਆਪਾਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ, ਜਨਮ ਵੇਲੇ ਖੁਸ਼ੀਆਂ ਮਨਾਉਂਦੇ ਹਾਂ ਤੇ ਮੌਤ ਵੇਲੇ ਅਸੀਂ ਧਾਹਾਂ ਮਾਰ ਕੇ ਰੋਂਦੇ ਹਾਂ। ਪਰ ਇਹ ਲੋਕ ਜਿਹੜੇ ਨੇ, ਇਹਨਾਂ ਦੀ ਸੋਚ ਇਹ ਹੈ ਕਿ ਜਦੋਂ ਜਨਮ ਹੋਇਆ ਤੇ ਵਿਛੋੜਾ ਹੋ ਗਿਆ, ਜਦੋਂ ਮੌਤ ਹੋਈ ਤੇ ਮਿਲਾਪ ਹੋ ਗਿਆ। ਇਹਨਾਂ ਲੋਕਾਂ ਨੇ ਸਰੀਰ ਦੇ ਜਨਮ ਨੂੰ ਪਰਮਾਤਮਾ ਦਾ ਵਿਛੋੜਾ ਸਮਝ ਲਿਆ ਔਰ ਸਰੀਰ ਦੀ ਮੌਤ ਨੂੰ ਪਰਮਾਤਮਾ ਦਾ ਮਿਲਾਪ ਸਮਝ ਲਿਆ। ਪਰ ਅਸਲ ਵਿੱਚ ਨਾ ਸਰੀਰ ਵਿਛੜਿਆ ਤੇ ਨਾ ਹੀ ਸਰੀਰ ਦਾ ਮਿਲਾਪ ਹੈ। ਸਰੀਰ ਮਿੱਟੀ ਦਾ ਬਣਿਆ ਹੈ, ਇਹਨੇ ਮਿੱਟੀ ਵਿੱਚ ਹੀ ਲੀਨ ਹੋ ਜਾਣਾ ਹੈ। ਜੇ ਕੋਈ ਵਿਛੜਿਆ ਹੈ ਪਰਮੇਸ਼ਵਰ ਤੋਂ ਤੇ ਉਹ ਹੈ ਜੀਵ ਆਤਮਾ। ਆਤਮਾ ਦਾ ਮਿਲਣ ਪਰਮਾਤਮਾ ਦੇ ਨਾਲ ਹੈ, ਸਰੀਰ ਦਾ ਮਿਲਣ ਨਹੀਂ। ਇਸ ਲਈ ਸਰੀਰ ਤਾਂ ਜਨਮ ਮਰਨ ਦੇ ਵਿੱਚ ਹੈ, ਕੋਈ ਸ਼ੱਕ ਨਹੀਂ, ਪਰ ਜੋ ਜੀਵ ਆਤਮਾ ਹੈ ਉਹ ਨਾ ਜਨਮ ਵਿੱਚ ਨਾ ਮਰਨ ਵਿੱਚ, ਉਹ ਜਨਮ ਔਰ ਮੌਤ ਤੋਂ ਰਹਿਤ ਹੈ। ਉਹ ਜੀਵ ਆਤਮਾ ਆਵਾਗਮਨ ਦੇ ਵਿੱਚ ਹੈ, ਆਉਣਾ, ਸਮਾਂ ਪਾ ਕੇ ਚਲੇ ਜਾਣਾ, ਫਿਰ ਆਉਣਾ, ਚਲੇ ਜਾਣਾ। ਇਹ ਸਰੀਰ ਤਾਂ ਹਰ ਵਾਰੀ ਵੱਖ-ਵੱਖ ਰੂਪ ਵਿੱਚ ਮਿਲਦੇ ਨੇ। ਮਨੁੱਖਾ ਜਨਮ ਵਾਲਾ ਸਰੀਰ ਇਸ ਲਈ ਮਿਲਿਆ ਕਿ ਇਸ ਸਰੀਰ ਰਾਹੀਂ ਅਸੀਂ ਸਤ ਸੰਗਤ ਕਰ ਸਕਦੇ ਹਾਂ। ਇਸ ਸਰੀਰ ਦੇ ਰਾਹੀਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਧਿਆ ਸਕਦੇ ਹਾਂ, ਉਹਦੀ ਆਰਾਧਨਾ ਕਰ ਸਕਦੇ ਹਾਂ। ਮਨੁੱਖਾ ਜਨਮ ਇਸੇ ਲਈ ਵਡਮੁੱਲਾ ਆਖਿਆ ਕਿ ਇਹ ਵਡਮੁੱਲਾ ਜਨਮ ਹੈ। ਇਸ ਜਨਮ ਵਿੱਚ ਤੁਸੀਂ ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ, ਇੰਦਰੀਆਂ ਰਾਹੀਂ ਪਰਮੇਸ਼ਵਰ ਦੇ ਨਾਮ ਦਾ ਲਾਹਾ ਲੈ ਸਕਦੇ ਹੋ। ਤਾਂ ਹੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਵੀ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਵੀ ਇਹ ਕੰਨ ਜਿਹੜੇ ਆ ਇਹ ਤੁਹਾਨੂੰ ਸਤ ਦੀ ਬਾਣੀ ਸੁਣਨ ਵਾਸਤੇ ਦਿੱਤੇ ਆ। ਇਹ ਰਸਨਾ ਤੁਹਾਨੂੰ ਹਰੀ ਦੇ ਨਾਮ ਦਾ ਰਸ ਲੈਣ ਵਾਸਤੇ ਦਿੱਤੀ ਹੈ। ਮਨ ਨੂੰ ਬਾਰ-ਬਾਰ ਸਮਝਾਇਆ ਹੈ ਕਿਉਂਕਿ ਇੱਕੋ ਇੱਕ ਮਨੁੱਖਾ ਦੇਹੀ ਹੈ ਜਿਹਦੇ ਰਾਹੀਂ, ਇੰਦਰੀਆਂ ਰਾਹੀਂ ਅਸੀਂ ਨਾਮ ਦਾ ਰਸ ਲੈ ਕੇ ਲਾਹਾ ਲੈ ਸਕਦੇ ਹਾਂ। ਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਸਮਝਾਇਆ ਕਿ ਅਸਲ ਵਿੱਚ ਸਰੀਰ ਦੀ ਕਹਾਣੀ ਪਰਮੇਸ਼ਵਰ ਤੋਂ ਵਿਛੜਨ ਦੀ ਔਰ ਪਰਮੇਸ਼ਵਰ ਦੇ ਮਿਲਾਪ ਦੀ ਨਹੀਂ। ਇਹ ਮਿੱਟੀ ਦਾ ਭਾਂਡਾ ਹੈ। ਇਹਦੇ ਵਿੱਚ ਜੋ ਜੀਵ ਆਤਮਾ ਹੈ ਉਹਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ, ਉਹ ਵਿਛੜੀ ਹੈ ਅਸਲ ਵਿੱਚ। ਤੇ ਜ਼ਰੂਰੀ ਨਹੀਂ ਕਿ ਜਦੋਂ ਬੰਦੇ ਦੀ ਮੌਤ ਹੋਵੇ ਤੇ ਪਰਮਾਤਮਾ ਦਾ ਮਿਲਣ ਹੋ ਗਿਆ, ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਨਹੀਂ ਕਿ ਜਿਹਨੇ ਸਰੀਰ ਛੱਡਿਆ ਹੈ ਤੇ ਉਹ ਪਰਮਾਤਮਾ ਵਿੱਚ ਲੀਨ ਹੋ ਗਿਆ। ਸਾਡੀ ਇੱਕ ਅਰਦਾਸ ਹੁੰਦੀ ਹੈ ਤੇ ਹੋਣੀ ਕਿੱਦਾਂ ਚਾਹੀਦੀ ਹੈ, ਅਸੀਂ ਕਰਦੇ ਕਿੱਦਾਂ? ਸਾਡੀ ਅਰਦਾਸ ਹੋਣੀ ਚਾਹੀਦੀ ਹੈ ਵੀ ਇਸ ਪੰਜ ਭੂਤਕ ਸਰੀਰ ਵਿੱਚੋਂ ਜੋ ਜੀਵ ਆਤਮਾ ਨੇ ਨਿਕਲਣਾ ਕੀਤਾ, ਕਿਰਪਾ ਕਰਿਓ ਕਿ ਉਹਦਾ ਨਿਵਾਸ ਤੁਹਾਡੇ ਚਰਨਾਂ ਵਿੱਚ ਹੋ ਜਾਏ। ਹੋਇਆ ਨਹੀਂ, ਹੋ ਜਾਏ। ਪਰ ਅਸੀਂ ਤੇ ਪਹਿਲਾਂ ਹੀ ਮੋਹਰ ਲਾ ਦਿੰਦੇ ਹਾਂ ਕਿ ਜੀਵ ਇਸ ਸੰਸਾਰ ਵਿੱਚੋਂ ਵਿਛੜ ਕੇ ਤੁਹਾਡੇ ਚਰਨਾਂ ਵਿੱਚ ਜਾ ਬਿਰਾਜਿਆ, ਤੇ ਜੇ ਜਾ ਬਿਰਾਜਿਆ ਫਿਰ ਉਹਦੇ ਪਿੱਛੇ ਤੇ ਕੋਈ ਗੱਲ ਰਹੀ ਨਹੀਂ ਜਾਂਦੀ, ਫਿਰ ਅਰਦਾਸ ਰਹੀ ਨਹੀਂ ਜਾਂਦੀ। ਜਿਹੜਾ ਪਹਿਲਾਂ ਬਿਰਾਜ ਹੀ ਗਿਆ ਜਾ ਕੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਿਆ, ਉਹਦੇ ਲਈ ਫਿਰ ਅਰਦਾਸ ਦੀ ਜ਼ਰੂਰਤ ਹੀ ਨਹੀਂ ਹੈ। ਅਸੀਂ ਮੋਹਰ ਆਪਣੇ ਵੱਲੋਂ ਨਹੀਂ ਲਾਉਣੀ ਕਿ ਫਲਾਣਾ ਜੀਵ ਤੁਹਾਡੇ ਚਰਨਾਂ ਵਿੱਚ ਜਾ ਬਿਰਾਜਿਆ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਜਾ ਬਿਰਾਜਿਆ? ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਸਾਨੂੰ ਤੇ ਖੁਦ ਆਪਣਾ ਨਹੀਂ ਪਤਾ ਵੀ ਅਸੀਂ ਜਾ ਕੇ ਬਿਰਾਜਮਾਨ ਹੋਣਾ ਉਹਦੇ ਚਰਨਾਂ 'ਚ ਕਿ ਨਹੀਂ। ਸਾਡੀ ਜੀਵ ਆਤਮਾ ਨੇ ਉਹਦੇ ਨਿਰੰਕਾਰ ਵਿੱਚ ਲੀਨ ਹੋਣਾ ਕਿ ਨਹੀਂ, ਅਸੀਂ ਤੇ ਆਪ ਹਜੇ ਆਪਣੀ ਅਰਦਾਸ ਕਰ ਰਹੇ ਹਾਂ। ਬਹੁਤ ਜਨਮ ਵਿੱਚ ਰਹੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਅਸੀਂ ਤੇ ਹਜੇ ਆਪਣੀ ਅਰਦਾਸ ਕਰ ਰਹੇ ਹਾਂ। ਕਹੇ ਕਬੀਰ ਸੁਨੋ ਰੇ ਸੰਤੋ ਖਿਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ। ਹਜੇ ਤੇ ਅਸੀਂ ਅਸੀਸਾਂ ਮੰਗਦੇ ਹਾਂ ਵੀ ਸਾਨੂੰ ਅਸੀਸਾਂ ਦਿਓ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਇੰਨਾ ਸੌਖਾ ਨਹੀਂ ਹੈ ਜਿੰਨਾ ਤੁਸੀਂ ਸਮਝ ਲਿਆ ਵੀ ਜਨਮ ਹੋਇਆ ਤੇ ਵਿਛੜ ਗਿਆ, ਮੌਤ ਹੋਈ ਤੇ ਮਿਲਣ ਹੋ ਗਿਆ। ਠੀਕ ਹੈ, ਜਨਮ ਹੋਇਆ ਹੀ ਵਿਛੋੜੇ ਕਰਕੇ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਜੇ ਜਨਮ ਹੋਇਆ ਤੇ ਇਹਦਾ ਮਤਲਬ ਹਜੇ ਵਿਛੋੜਾ ਹੈ। ਜੇ ਵਿਛੋੜਾ ਮੁੱਕ ਗਿਆ ਤੇ ਫਿਰ ਜਨਮ ਵੀ ਮੁੱਕ ਗਿਆ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਪਰ ਇਹ ਗਲਤ ਹੈ ਕਿ ਜੇ ਮੌਤ ਹੋਈ ਤੇ ਸਮਝ ਲਓ ਪਰਮੇਸ਼ਵਰ ਵਿੱਚ ਲੀਨ ਹੋ ਗਿਆ। ਇਹ ਜ਼ਰੂਰੀ ਨਹੀਂ। ਕਬੀਰ ਜੀ ਨੇ ਤੇ ਆਖਿਆ ਵੀ ਉਹਨਾਂ ਵਾਸਤੇ ਨਹੀਂ ਰੋਣਾ ਚਾਹੀਦਾ ਜਿਹੜੇ ਵਾਕਈ ਉਹਦੇ ਵਿੱਚ ਲੀਨ ਹੋ ਗਏ, ਰੋਣਾ ਤੇ ਉਹਦੇ ਵਾਸਤੇ ਚਾਹੀਦਾ ਜਿਹੜੇ ਅਧੂਰੇ ਆਏ ਤੇ ਅਧੂਰੇ ਹੀ ਚਲੇ ਗਏ। ਅਸੀਂ ਕਿਸੇ ਤੇ ਮੋਹਰ ਨਹੀਂ ਲਾ ਸਕਦੇ ਵੀ ਇਹ ਪੂਰਾ ਹੋ ਕੇ ਗਿਆ, ਨਹੀਂ। ਸਾਹਿਬ ਜੀ ਕਹਿੰਦੇ ਇਹ ਤਾਂ ਕਰਮ ਨੇ, ਜਿਹੜਾ ਫਲ ਹੈ ਨਾ ਕਰਮ ਦਾ, ਇਹ ਉਹਨੇ ਬਿਆਨ ਕਰਨਾ ਹੈ। ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਜਿਹੜੇ ਤਾਂ ਚਲੇ ਗਏ ਗ੍ਰਹਿ ਆਪਣੇ, ਉਹਨਾਂ ਲਈ ਕੀ ਰੋਣਾ? ਉਹਨਾਂ ਲਈ ਅਸੀਂ ਖੁਸ਼ ਹੋ ਸਕਦੇ ਹਾਂ ਵੀ ਜੀਵਨ ਸਵਾਰ ਕੇ ਗਏ ਆ, ਇਹ ਮੁਕਤ ਹੋ ਕੇ ਗਏ ਨੇ। ਇਸ ਲਈ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪੜੇ। ਉਹਦੇ ਲਈ ਰੋ ਜੋ ਹੱਟ ਹੈ ਹਾਟ ਬਕਾਏ। ਜੋ ਆ ਵੀ ਹੱਟੀ ਹੈ, ਇੱਕ ਹੱਟੀ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਪਤਾ ਨਹੀਂ ਕਿੰਨੀਆਂ ਹੱਟੀਆਂ ਤੇ ਅਸੀਂ ਵਿਕ ਚੁੱਕੇ ਹਾਂ। ਆ ਵੀ ਹੱਟੀ ਮਿਲੀਆਂ ਸਾਨੂੰ ਨਾਮ ਦਾ ਸੌਦਾ ਲੈਣ ਵਾਸਤੇ। ਇਹ ਇਸ ਹੱਟੀ ਤੇ ਬੈਠ ਕੇ ਆਪਾਂ ਨਾਮ ਦਾ ਵਪਾਰ, ਨਾਮ ਦਾ ਸੌਦਾ ਇਕੱਠਾ ਕਰਨਾ ਹੈ ਤਾਂ ਕਿ ਅਸੀਂ ਇਸ ਹੱਟੀ ਤੇ ਬੈਠ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕੀਏ। ਇਸ ਲਈ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ
ਕਿ ਪਰਮਾਤਮਾ ਦਾ ਮਿਲਣ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਜਦੋਂ ਸਰੀਰ ਛੁੱਟ ਗਿਆ ਮੌਤ ਆ ਗਈ ਤੇ ਮਿਲਣ ਹੋ ਗਿਆ। ਨਹੀਂ, ਜਨਮ ਔਰ ਮੌਤ ਦੇ ਦਰਮਿਆਨ ਜੋ ਹੈ ਉਹਨੂੰ ਜ਼ਿੰਦਗੀ ਕਹਿੰਦੇ ਆ, ਜੀਵਨ। ਉਸ ਜੀਵਨ ਵਿੱਚ ਕੁਝ ਕਮਾਈ ਕਰਨੀ ਪੈਣੀ ਹੈ ਤਾਂ ਪਰਮੇਸ਼ਵਰ ਦੇ ਨਾਲ ਮਿਲਣ ਹੈ, ਤਾਂ ਪਰਮੇਸ਼ਵਰ ਦਾ ਮਿਲਾਪ ਹੈ। ਸਾਰੀ ਜ਼ਿੰਦਗੀ ਸਾਕਤ ਬਣ ਕੇ ਗੁਜ਼ਾਰ ਦਿੱਤੀ, ਕਾਮੀ, ਕਰੋਧੀ, ਲੋਭੀ, ਹੰਕਾਰੀ ਬਣ ਕੇ, ਤੇ ਜੇ ਆਪਾਂ ਮੌਤ ਹੋ ਗਈ ਤੇ ਕਹਿ ਦਈਏ ਜੀ ਇਹ ਤਾਂ ਮਾਲਕ ਦੇ ਚਰਨਾਂ ਵਿੱਚ ਜਾ ਬਰਾਜਿਆ, ਪਰ ਸਾਰੀ ਜ਼ਿੰਦਗੀ ਤੇ ਕਦੇ ਉਹਨੇ ਮਾਲਕ ਦਾ ਨਾਮ ਨਹੀਂ ਲਿਆ। ਜਿੰਨਾ ਚਿਰ ਜੀਵਦਾ ਰਿਹਾ ਕਦੀ ਭੁੱਲ ਕੇ ਵੀ ਉਹਦੀ ਰਸਨਾ ਤੋਂ ਸਤਨਾਮ ਵਾਹਿਗੁਰੂ ਨਹੀਂ ਨਿਕਲਿਆ, ਤੇ ਜਿਹਦੀ ਜ਼ਿੰਦਗੀ ਵਿੱਚ ਕਦੇ ਭੁੱਲ ਕੇ ਵੀ ਵਾਹਿਗੁਰੂ ਨਹੀਂ ਨਿਕਲਿਆ, ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਇਹਦਾ ਮਿਲਣ ਹੋ ਗਿਆ। ਇਸ ਵਾਸਤੇ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ। ਕੁਝ ਵਿਚਾਰ ਕੱਲ ਸਰਵਣ ਕੀਤੀ ਸੀ, ਅਗਲੇਰੀ ਵਿਚਾਰ ਵਿੱਚ ਗੁਰੂ ਸਾਹਿਬ ਹੋਰ ਕੀ ਸਮਝਾਉਂਦੇ ਆ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਜਬ ਅਨਾਤਮਾ ਦੇ ਪਛਾਣੀ ਮਾਰੇ ਕਹਿੰਦੇ ਇੱਕ ਦੇਹ ਆ ਹੈ ਮਿੱਟੀ ਦਾ ਬਣਿਆ ਭਾਂਡਾ, ਔਰ ਇੱਕ ਉਹ ਦੇਹ ਹੈ ਜਿਹਨੂੰ ਅਸੀਂ ਆਤਮਿਕ ਜੀਵ ਕਹਿੰਦੇ ਆ। ਉਹ ਸੂਖਸ਼ਮ ਦੇਹ ਜਿਹੜਾ ਹੈ ਉਹ ਸਰੀਰ ਸਾਡਾ ਹੈ, ਉਹਨੂੰ ਕੋਈ ਕੋਈ ਪਛਾਣਦਾ ਹੈ। ਗੇ ਸੰਕਲਪ ਵਿਕਲਪ ਬਿਹਾਨੀ ਜਦੋਂ ਤੁਸੀਂ ਉਸ ਸੂਖਸ਼ਮ ਦੇਹ ਨੂੰ ਆਤਮਿਕ ਜੀਵ ਨੂੰ ਸਮਝ ਲਓਗੇ, ਉੱਥੇ ਫਿਰ ਤੁਹਾਡਾ ਕੋਈ ਸੰਕਲਪ ਨਹੀਂ ਰਹਿ ਜਾਏਗਾ, ਤੁਹਾਡੇ ਕੋਈ ਫੁਰਨਾ ਮਾਇਆਵੀ ਸੰਸਾਰੀ ਨਹੀਂ ਰਹਿ ਜਾਏਗਾ। ਉੱਥੇ ਸਾਰੇ ਫੁਰਨੇ ਸੰਕਲਪ ਸਭ ਜਿਹੜੇ ਨੇ ਖਤਮ ਹੋ ਜਾਣਗੇ। ਉੱਥੇ ਤਾਂ ਸਿਰਫ ਇੱਕੋ ਹੀ ਅਰਦਾਸ ਹੋਏਗੀ ਕਿ ਵਾਹਿਗੁਰੂ ਜੀ ਬਸ ਆ ਜਨਮ ਕਿਤੇ ਤੇਰੇ ਲਿਖੇ ਲੱਗ ਜਾਏ। ਉੱਥੇ ਇੱਕੋ ਹੀ ਅਰਦਾਸ ਹੋਏਗੀ ਕਿ ਇਹ ਵਿਛੋੜਾ ਕਿਤੇ ਮਿਲਾਪ ਦੇ ਵਿੱਚ ਬਦਲ ਜਾਏ। ਉੱਥੇ ਇੱਕੋ ਹੀ ਅਰਦਾਸ ਹੋਏਗੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਉੱਥੇ ਮਿਲੋ ਰਾਮ ਦੀ ਖੇਡ ਹੈ, ਆ ਮਾਇਆਵੀ ਪਦਾਰਥਾਂ ਦੇ ਸੰਕਲਪ ਨਹੀਂ ਉੱਥੇ ਬਣਨੇ। ਉੱਥੇ ਫਿਰ ਸਰੀਰ ਦੀ ਖੇਡ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਓ ਮਿਲਬੋ ਈਸ਼ਵਰ ਕੋਏ। ਤੇ ਜਿਹਨੇ ਉਸ ਜੀਵ ਆਤਮਾ ਨੂੰ ਸੂਖਸ਼ਮ ਰੂਪ ਵਿੱਚ ਸਮਝ ਲਿਆ, ਸਭ ਕਹਿੰਦੇ ਦੁਨੀਆ ਵਿੱਚ ਵਿਰਲੇ ਹੀ ਹੁੰਦੇ ਨੇ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਉਹ ਕਰੋੜਾਂ ਵਿੱਚ ਵਿਰਲੇ ਹੀ ਹੁੰਦੇ ਹਨ। ਨਾ ਤੁਰ ਵਿਚੁਰ ਰਹੇ ਹੋ ਸਭ ਕੋਏ। ਨਹੀਂ ਤਾਂ ਸਾਰੇ ਵਿਛੜੇ ਹੀ ਹੋਏ ਆ, ਆਪਾਂ ਸਾਰੇ ਜਿਹੜੇ ਆ ਉਹ ਵਿਛੜੇ ਹੀ ਹੋਏ ਆ। ਕੋਈ ਕੋਈ ਹੈ ਜਿਹੜਾ ਇਸ ਜਨਮ ਵਿੱਚ ਆ ਕੇ ਆਪਣੇ ਵਿਛੋੜੇ ਨੂੰ ਸਦਾ ਲਈ ਮੁਕਾ ਕੇ ਜਾਂਦਾ ਹੈ, ਜਨਮ ਸਵਾਰ ਕੇ ਜਾਂਦਾ ਹੈ, ਜਿਹਨੇ ਜੀਵਦਿਆਂ ਜੀ ਆਪਣੇ ਜੀਵਨ ਵਿੱਚ ਕਮਾਈ ਐਸੀ ਕੀਤੀ ਹੈ ਕਿ ਜੀਵਨ ਮੁਕਤ ਹੋ ਕੇ ਜਾਂਦਾ ਹੈ। ਨਹੀਂ ਤਾਂ ਨਾਤੁਰ, ਨਾਤੁਰ ਦਾ ਮਤਲਬ ਹੁੰਦਾ ਨਹੀਂ ਤਾਂ ਇਹ ਸੰਸਾਰ ਦੇ ਸਾਰੇ ਹੀ ਜੀਵ ਉਸ ਮਾਲਕ ਤੋਂ ਵਿਛੜੇ ਹੋਏ ਹਨ। ਗਿਆਨ ਪ੍ਰਾਪਤ ਜਿਨ ਮਨ ਮਾਹੀ, ਜਿਹਦੇ ਮਨ ਵਿੱਚ ਇਹ ਗਿਆਨ ਆ ਜਾਏ, ਸੋਝੀ ਆ ਜਾਏ ਕਿ ਮੈਂ ਸਰੀਰਕ ਤਲ ਤੇ ਨਹੀਂ, ਮੈਂ ਆਤਮਿਕ ਤਲ ਤੇ ਜੀ ਰਿਹਾ ਹਾਂ, ਜਿਹਨੂੰ ਇਹ ਸੋਝੀ ਆ ਜਾਏ ਉਹਦੀ ਮੰਗ ਬਦਲ ਜਾਂਦੀ ਹੈ, ਉਹਦੀ ਜਿਹੜੀ ਮੰਗ ਹੈ ਉਹ ਬਦਲ ਜਾਂਦੀ ਹੈ। ਉਹਦੇ ਕਹਿੰਦੇ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ। ਮੈਂ ਕੀ ਮੰਗਾ, ਕੁਝ ਥਿਰ ਤੇ ਰਹਿਣਾ ਨਹੀਂ, ਨਾ ਮੇਰਾ ਇਹ ਸਰੀਰ ਥਿਰ ਰਹਿਣਾ ਹੈ, ਨਾ ਸਰੀਰ ਨਾਲ ਜੁੜਿਆ ਕੁਝ ਥਿਰ ਰਹਿਣਾ ਹੈ। ਇਸ ਲਈ ਹੁਣ ਮੈਂ ਕੀ ਮੰਗਾ, ਮੈਂ ਉਹ ਮੰਗਦਾ ਜੋ ਮੇਰੇ ਜੀਵ ਆਤਮਾ ਦੇ ਕੰਮ ਆਉਣਾ ਹੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਗਿਆਨ ਪ੍ਰਾਪਤ ਜਿਨ ਮਨ ਮਾਹੀ, ਜਿਨ੍ਹਾਂ ਦੇ ਮਾਹੀ ਮਨ ਵਿੱਚ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ। ਵਿਚੁਰਨ ਮਿਲਣ ਸੋ ਜਾਣਤ ਨਹੀਂ, ਕਹਿੰਦੇ ਨੇ ਉਹ ਫਿਰ ਜਿਹੜੇ ਨੇ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਇਹ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਹ ਅਰਦਾਸ ਕਰਦੇ ਨੇ, ਮਾਲਕ ਜੀ ਕਿਰਪਾ ਕਰੋ ਕਿਤੇ ਇਹ ਵਿਛੋੜਾ ਮਿਲਾਪ ਦੇ ਵਿੱਚ ਬਦਲ ਜਾਏ। ਤੇ ਜਿਨ੍ਹਾਂ ਨੂੰ ਮਾਲਕ ਨੇ ਵਿਛੜਿਆਂ ਨੂੰ ਮਿਲਾ ਲਿਆ ਉਹ ਦੁਬਾਰਾ ਵਿਛੜਦੇ ਵੀ ਕੋਈ ਨਹੀਂ। ਜਿਨ੍ਹਾਂ ਨੂੰ ਜੀਵਦਿਆਂ ਨੂੰ ਪਰਮੇਸ਼ਵਰ ਨੇ ਆਪਣੇ ਵਿੱਚ ਇੱਕਮਿਕ ਕਰ ਲਿਆ, ਲੀਨ ਕਰ ਲਿਆ, ਜਿਹੜੇ ਸੰਸਾਰ 'ਚ ਰਹਿ ਕੇ ਸੰਸਾਰ ਤੋਂ ਉਪਰਾਮ ਹੋ ਗਏ, ਜਿਹੜੇ ਸੰਸਾਰ ਵਿੱਚ ਰਹਿ ਕੇ ਤਿੰਨ ਗੁਣਾਂ ਤੋਂ ਨਿਰਲੇਪ ਅੰਜਨ ਮਾਹੇ ਨਿਰੰਜਨ ਰਹੀ, ਜਿਹੜੇ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋ ਗਏ, ਉਹਨਾਂ ਨੂੰ ਪਰਮੇਸ਼ਵਰ ਨੇ ਮਿਲਾ ਲਿਆ, ਫਿਰ ਉਹ ਕਦੇ ਵਿਛੜਦੇ ਨਹੀਂ ਹਨ। ਪਰਮਾਤਮਾ ਪੂਰਨ ਹੈ ਸਾਰੇ। ਕਦੇ ਫਿਰ ਜਿਹੜੇ ਜਿਉਂਦਿਆਂ ਮਿਲ ਜਾਂਦੇ ਨੇ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਉਹ ਤੇ ਪੂਰਨ ਹੈ। ਪੂਰਨ ਦਾ ਮਤਲਬ ਉਹ ਅਧੂਰਾ ਹੈ ਹੀ ਨਹੀਂ, ਉਹਨੂੰ ਕਿਸੇ ਇੱਕ ਦਿਸ਼ਾ ਵਿੱਚ ਮੁੱਖ ਕਰਕੇ ਨਹੀਂ ਪਾਇਆ ਜਾ ਸਕਦਾ, ਉਹਨੂੰ ਹਰ ਦਿਸ਼ਾ ਦੇ ਵਿੱਚ ਹੀ ਪਾਇਆ ਜਾ ਸਕਦਾ ਹੈ। ਦਿਸ਼ਾ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਪੂਰਬ ਹੈ, ਭਾਵੇਂ ਉੱਤਰ ਹੈ, ਦੱਖਣ ਹੈ, ਪੱਛਮ ਹੈ, ਮੂੰਹ ਸਾਡਾ ਕਿਸੇ ਵੀ ਪਾਸੇ ਹੋਵੇ, ਪਰ ਜੁਗਤੀ ਇਹ ਹੋਵੇ ਕਿ ਪ੍ਰੇਮ ਦੀ ਅੰਦਰ ਖੇਡ ਹੋਵੇ। ਹੁਣ ਅੰਦਰ ਭਰਿਆ ਹੋਵੇ ਨਫ਼ਰਤ ਨਾਲ ਤੇ ਬਾਹਰੋਂ ਮੁੱਖ ਪੂਰਬ ਵੱਲ ਕਰਕੇ ਕਵੇ ਰੱਬ ਜੀ ਮੈਨੂੰ ਮਿਲ ਪਾਓ, ਤੇ ਰੱਬ ਜੀ ਕਿਵੇਂ ਮਿਲਣਗੇ? ਕਿਉਂਕਿ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਅਸੀਂ ਪ੍ਰੇਮ ਨਾਲ ਪ੍ਰਭੂ ਨੂੰ ਪਾਉਣਾ ਹੈ, ਪਰ ਅੰਦਰ ਹੰਕਾਰ ਭਰਿਆ, ਈਰਖਾ ਭਰੀ, ਨਫ਼ਰਤ ਭਰੀ ਹੈ। ਮੁੱਖ ਭਾਵੇਂ ਅਸੀਂ ਜਿੰਨਾ ਮਰਜ਼ੀ ਪੂਰਬ ਨੂੰ ਕਰ ਲਓ, ਭਾਵੇਂ ਪੱਛਮ ਨੂੰ ਕਰ ਲਓ। ਇਸ ਲਈ ਮਹਾਰਾਜ ਜੀ ਕਹਿੰਦੇ ਆ ਵੀ ਜਿਹਨੂੰ ਸਮਝ ਆ ਗਈ ਹੈ ਪਰਮਾਤਮਾ ਪੂਰਨ ਹੈ ਸਾਰੇ, ਉਤੇ ਹਰ ਪੱਖ ਦੇ ਵਿੱਚ, ਹਰ ਦਿਸ਼ਾ ਵਿੱਚ ਉਹ ਪੂਰੇ ਦਾ ਪੂਰਾ ਹੈ। ਵਿਚੁਰੈ ਤੋ ਕਤ ਨਾਹੀ ਨਿਰਾਰੇ। ਕਹਿੰਦੇ ਜਿਹੜੇ ਵਿਛੜੇ ਹੋਏ ਨੇ ਉਹਨਾਂ ਨੂੰ ਇਹ ਗੱਲ ਮਹਿਸੂਸ ਨਹੀਂ ਹੋਏਗੀ, ਉਹ ਤੇ ਆਪਣੇ ਅੰਦਰ ਨਹੀਂ ਮਹਿਸੂਸ ਕਰ ਰਹੇ, ਉਹ ਕਿਸੇ ਦਿਸ਼ਾ ਵੱਲ ਕਿਵੇਂ ਮਹਿਸੂਸ ਕਰਨਗੇ? ਉਹਨਾਂ ਨੂੰ ਤੇ ਆਪਣੇ ਅੰਦਰ ਹੀ ਮਹਿਸੂਸ ਨਹੀਂ ਹੋ ਰਿਹਾ। ਪਰ ਜਿਨ੍ਹਾਂ ਨੇ ਸਮਝ ਲਿਆ, ਆਪਣੇ ਅੰਦਰ ਮਹਿਸੂਸ ਕੀਤਾ ਕਿ ਉਹ ਹੈ, ਉਹਨਾਂ ਫਿਰ ਸਾਰਿਆਂ ਵਿੱਚ ਮਹਿਸੂਸ ਕੀਤਾ ਵੀ ਉਹ ਸਾਰਿਆਂ ਦੇ ਵਿੱਚ ਹੈ। ਜਿਹਨੂੰ ਤੁਸੀਂ ਨਫ਼ਰਤ ਕਰਦੇ ਹੋ ਉਹਦੇ ਵਿੱਚ ਵੀ ਉਹ ਬੈਠਾ ਹੈ, ਈਰਖਾ ਕਰਦੇ ਹੋ ਉਹਦੇ ਵਿੱਚ ਵੀ ਉਹ ਬੈਠਾ ਹੈ। ਫਿਰ ਤੁਸੀਂ ਭਾਈ ਕਨਈਆ ਜੀ ਬਣ ਜਾਵਾਂਗੇ। ਭਾਈ ਕਨਈਆ ਜੀ ਵਾਲਾ ਸਾਡਾ ਇੱਕ ਜੀਵਨ ਬਣ ਜਾਏਗਾ ਵੀ ਦੁਸ਼ਮਣ ਨੂੰ ਵੀ ਪਾਣੀ ਪਿਆਉਣਾ ਨਾ, ਤੇ ਦੁਸ਼ਮਣ ਦੇ ਚਿਹਰੇ ਵਿੱਚ ਵੀ ਦੁਸ਼ਮਣ ਨਜ਼ਰ ਨਹੀਂ ਆਉਂਦਾ, ਉਹਦੇ ਵਿੱਚ ਵੀ ਮੁਰਸ਼ਿਦ ਨਜ਼ਰ ਆਉਂਦਾ। ਤੇ ਹੁਣ ਸਾਡੀ ਹਾਲਤ ਇਹ ਵੀ ਭਰਾ ਦੇ ਚਿਹਰੇ ਚੋਂ ਵੀ ਭਰਾ ਦਾ ਚਿਹਰਾ ਨਜ਼ਰ ਨਹੀਂ ਆਉਂਦਾ। ਹੁਣ ਸਾਡੀ ਹਾਲਤ ਇਸ ਤਰ੍ਹਾਂ ਦੀ ਆ ਵੀ ਇੱਕੋ ਹੀ ਕੁੱਖ ਤੋਂ ਪੈਦਾ ਹੋਏ ਨੇ, ਇੱਕੋ ਹੀ ਜਿਹੜਾ ਉਹ ਮਾਂ ਦੇ ਸੀਨੇ ਦੇ ਨਾਲ ਲੱਗ ਕੇ ਜਿਹੜੇ ਪਾਲਣਾ ਹੋਈ ਹੈ, ਅੱਜ ਭਰਾ ਦੀ ਸ਼ਕਲ ਚੋਂ ਦੁਸ਼ਮਣ ਨਜ਼ਰ ਆਉਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤਾਂ ਹੀ ਤੇ ਆਖਿਆ ਸੀ ਵੀ ਭਗਤਾਂ ਨੇ ਕੋਈ ਮੌਤ ਤੋਂ ਬਾਅਦ, ਮਰਨ ਤੋਂ ਬਾਅਦ ਥੋੜੀ ਰੱਬ ਨੂੰ ਪਾਇਆ। ਉਹ ਚਾਲ ਹੀ ਨਿਰਾਲੀ ਹੈ, ਉਹ ਵਿਖਮ ਮਾਰਗ ਚੱਲਣਾ ਹੈ, ਪਰਮੇਸ਼ਵਰ ਨੂੰ ਪਾਉਣਾ ਹੈ। ਖੰਨਿਓ ਟਿੱਕੇ ਵਾਲੋਂ ਨਿੱਕੀ ਇਤ ਮਾਰਗ ਜਾਣਾ। ਉਹ ਇੰਨਾ ਉਹ ਸੂਖਸ਼ਮ ਮਾਰਗ ਹੈ, ਇੰਨਾ ਕਠਿਨ ਮਾਰਗ ਹੈ, ਕਿਉਂਕਿ ਵਿਕਾਰਾਂ ਨੂੰ ਛੱਡ ਕੇ ਇਸ ਮਾਰਗ ਤੇ ਤੁਰਨਾ ਹੈ। ਤੇ ਵਿਕਾਰ ਕਿੱਥੇ ਛੱਡੇ ਜਾਂਦੇ ਆ? ਈਰਖਾ ਨੂੰ, ਨਫ਼ਰਤ ਨੂੰ ਛੱਡ ਕੇ ਇਸ ਮਾਰਗ ਤੇ ਤੁਰਨਾ ਹੈ। ਤੇ ਈਰਖਾ ਕਿੱਥੇ ਖਤਮ ਹੁੰਦੀ ਹੈ? ਅੰਦਰ। ਨਫ਼ਰਤ ਕਿੱਥੋਂ ਖਤਮ ਹੁੰਦੀ ਹੈ? ਅੰਦਰ। ਇਹ ਤੇ ਬਦੋ ਬਦੀ ਅੰਦਰ ਪੈਦਾ ਹੁੰਦੀ ਹੈ। ਇਸ ਲਈ ਇਹਨੂੰ ਛੱਡ ਕੇ ਚੱਲਣਾ ਤੇ ਔਰ ਇਹ ਦੇਖ ਕੇ ਚੱਲਣਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿੱਦਨ ਇਹ ਹੁਣ ਜੀਵਦਿਆਂ ਦੀ ਖੇਡ ਹੈ ਨਾ ਕਿ ਉਹਦੇ ਤੋਂ ਬਿਨਾਂ ਤੇ ਹੈ ਹੀ ਕੋਈ ਨਹੀਂ ਹੈ, ਸਮਝ ਲੈਣਾ ਉਹ ਫਿਰ ਵਿਛੜਿਆ ਹੋਇਆ ਮਿਲ ਗਿਆ। ਕਿਉਂਕਿ ਮਿਲੇ ਹੋਏ ਨੇ ਆਖਿਆ ਕਿ ਸਭੈ ਘੱਟ ਰਾਮ ਬੋਲੇ। ਅਸੀਂ ਕਹਿੰਦੇ ਤੂੰ ਕਿਹਦੀ ਬੋਲੀ ਬੋਲਦਾ ਹੈ? ਤੇਰੇ ਅੰਦਰ ਤਾਂ ਕੋਈ ਹੋਰ ਹੀ ਬੋਲਦਾ ਪਿਆ। ਕਈਆਂ ਨੇ ਅਡੰਬਰ ਰਚੇ ਹੋਏ ਨੇ, ਕਈਆਂ ਨੇ ਤੇ ਐਸੇ ਉਹਨਾਂ ਦੀ ਪਿਟਾਈ ਕਰਦੇ ਆ, ਮਾਰ ਕੁਟਾਈ ਕਰਦੇ ਆ। ਉਹਨਾਂ ਨੇ ਸੰਗਲ ਰੱਖੇ ਆ, ਚਮਟੇ ਰੱਖੇ ਆ ਵੀ ਦੱਸ ਤੇਰੇ 'ਚ ਕੌਣ ਬੋਲਦਾ ਹੈ? ਜਿਹੜੀ ਤੇਰੀ ਆਤਮਾ ਤੇਰੇ ਅੰਦਰ ਬੋਲਦੀ ਆ, ਉਹ ਨਹੀਂ ਵੀ ਹੋਵੇ ਤਾਂ ਵੀ ਬੁਲਾ ਦਿੰਦੇ ਆ। ਉਹ ਮਾਰ ਕੁਟਾਈ ਇਦਾਂ ਦੀ ਕਰਦੇ ਆ, ਬੰਦਾ ਕਹਿੰਦਾ ਨਹੀਂ ਮੇਰੇ ਅੰਦਰ ਕੋਈ ਬੋਲਦਾ, ਉਹ ਆਪ ਹੀ ਮੰਨ ਲੈਂਦਾ ਜਿਹਨੂੰ ਇੰਨੀ ਮਾਰ ਪੈਂਦੀ ਹੈ। ਪਰ ਜਿਨ੍ਹਾਂ ਨੇ ਪਰਮੇਸ਼ਵਰ ਵਿੱਚ ਜਿਉਂਦਿਆਂ ਲੀਨ ਹੋਣਾ ਕੀਤਾ, ਉਹ ਕਹਿੰਦੇ ਸਭੈ ਘੱਟ ਰਾਮ ਬੋਲੇ।
ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਦੱਸੋ ਤਾਂ ਸਹੀ ਰਾਮ ਬਿਨਾ ਕੋ ਬੋਲੇ ਰੇ। ਇਹ ਉਹਨੇ ਜਿਹੜੇ ਮਿਲ ਗਏ ਲੀਨ ਹੋ ਗਏ ਪਰਮੇਸ਼ਵਰ ਵਿੱਚ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਉਹ ਹਰ ਦਾ ਰੂਪ ਹੋ ਗਏ। ਉਹਨੇ ਆਖਿਆ ਵੀ ਸਾਨੂੰ ਤੇ ਜਿਹੜੀ ਆਵਾਜ਼ ਉਹ ਪੱਤਿਆਂ ਦੀ ਆਵਾਜ਼ ਵਿੱਚ ਵੀ ਕਹਿੰਦੇ ਨੇ ਰਾਮ ਬੋਲਦਾ, ਪਾਣੀ ਦੇ ਵਹਿ ਰਹੇ ਝਰਨਿਆਂ ਦੀ ਆਵਾਜ਼ ਵਿੱਚ ਵੀ ਕਹਿੰਦੇ ਆ ਰਾਮ ਬੋਲਦਾ, ਉਹ ਚਲਦੀ ਹੋਈ ਹਵਾ ਵਿੱਚ ਵੀ ਕਹਿੰਦੇ ਆ ਵੀ ਇਹਦੇ ਵਿੱਚ ਵੀ ਰਾਮ ਬੋਲਦਾ। ਕੌਣ ਕਹਿੰਦੇ ਆ? ਜਿਨ੍ਹਾਂ ਨੇ ਉਹਦੇ ਵਿੱਚ ਲੀਨ ਹੋਣਾ ਕੀਤਾ। ਇਸ ਲਈ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਪਏ ਨੇ, ਕਹਿਣ ਲੱਗੇ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਜਾਣਿਆ ਹੈ ਉਹ ਉਹਦੇ ਵਿੱਚ ਲੀਨ ਹੋਏ ਨੇ, ਫਿਰ ਜਹ ਜਹ ਪੇਖੋ ਤਾਂ ਹਜੂਰ ਵਾਲੀ ਖੇਡ ਬਣਦੀ ਹੈ। ਪਰ ਜਿਹੜੇ ਵਿਛੜੇ ਹੋਏ ਨੇ ਅਗਿਆਨਤਾ ਦੇ ਹਨੇਰੇ ਵਿੱਚ ਨੇ, ਉਹ ਨਹੀਂ ਸਮਝ ਸਕਣਗੇ। ਜੇ ਵਿਚੁਰੇ ਤੋਂ ਮਿਲਣਾ ਹੋਏ। ਸਾਹਿਬ ਜੀ ਕਹਿੰਦੇ ਵਿਛੜੇ ਹਾਂ, ਮਿਲਣਾ ਤਾਂ ਹੀ ਆ ਨਾ ਜੇ ਵਿਛੜੇ ਹੋਏ ਆ, ਜੇ ਵਿਛੜੇ ਹੀ ਨਹੀਂ ਤੇ ਫਿਰ ਮਿਲਣਾ ਕਾਹਦਾ? ਤੁਹਾਡਾ ਜਿਹੜਾ ਇਹ ਜਨਮ ਵੇਲੇ ਦਾ ਰੋਣਾ ਇਹ ਬਿਲਕੁਲ ਸਹੀ ਹੈ। ਅਸਲ ਵਿੱਚ ਜੰਮਦਾ ਬੱਚਾ ਰੋਂਦਾ ਹੀ ਇਸ ਲਈ ਹੈ। ਜੰਮਦਾ ਹੋਇਆ ਬੱਚਾ ਰੋਣ ਲੱਗ ਜਾਂਦਾ ਉਸੇ ਵੇਲੇ। ਕਿਉਂ ਰੋਂਦਾ ਹੈ? ਕਿਉਂਕਿ ਵਿਛੜ ਗਿਆ। ਮਾਤ ਗਰਭ ਮੈਂ ਆਪਾਂ ਨੂੰ ਸਿਮਰਨ ਦੇ ਤੈ ਤੁਮ ਰੱਖਣ ਹਾਰੇ, ਉਹ ਸਿਮਰਨ ਜਿਹੜਾ ਚੱਲਦਾ ਪਿਆ ਸੀ ਉਹ ਕਨੈਕਸ਼ਨ ਹੀ ਕੱਟਿਆ ਗਿਆ। ਕਨੈਕਸ਼ਨ ਕੱਟਦਿਆਂ ਸਾਰੀ ਲਿਵ ਛੁੜਕ ਗਈ, ਉਹ ਰੋਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਠੀਕ ਹੈ ਕਿਉਂਕਿ ਵਿਛੜੇ ਆ, ਪਰ ਵਿਛੜੇ ਤੇ ਮਿਲਣਾ ਹੋਏ, ਜੇ ਵਿਛੜੇ ਆ ਤਾਂ ਹੀ ਮਿਲਣਾ ਨਾ, ਤੇ ਜੇ ਵਿਛੋੜਾ ਨਹੀਂ ਤੇ ਫਿਰ ਮਿਲਣਾ ਵੀ ਕਾਹਦਾ? ਜਨਮ ਵੀ ਤਾਂ ਹੀ ਹੈ ਜੇ ਵਿਛੜੇ ਹੋਏ ਆ। ਪਰ ਜ਼ਰੂਰੀ ਨਹੀਂ ਕਿ ਜਿਹਨੇ ਸਰੀਰ ਛੱਡਿਆ, ਜਿਹਦੀ ਮੌਤ ਹੋਈ ਹੈ, ਉਹ ਉਹਦੇ ਵਿੱਚ ਜਾ ਕੇ ਭਾਵ ਕਿ ਮਰਨ ਤੋਂ ਬਾਅਦ ਨਹੀਂ ਉਹਦੇ ਨਾਲ ਮਿਲਣਾ, ਜੀਵਦਿਆਂ ਜੀ ਉਹਦੇ ਨਾਲ ਮਿਲਾਪ ਕਰਨਾ। ਅਸੀਂ ਉਹਨੂੰ ਸਮਝਣਾ ਹੈ, ਉਹਦੇ ਵਿੱਚ ਲੀਨ ਹੋਣਾ ਹੈ, ਬੁਰਾਈਆਂ ਨੂੰ ਛੱਡ ਕੇ, ਅਵਗੁਣਾਂ ਨੂੰ ਛੱਡ ਕੇ। ਇਸ ਲਈ ਮਹਾਰਾਜ ਕਹਿੰਦੇ ਇਹ ਕੋਈ ਇਹਦੇ ਵਿੱਚ ਸ਼ੱਕ ਨਹੀਂ, ਜੇ ਵਿਛੜੇ ਤਾਂ ਮਿਲਣਾ, ਜੇ ਵਿਛੜੇ ਆ ਤਾਂ ਹੀ ਉਹਨੂੰ ਮਿਲਣਾ ਹੈ। ਨਾ ਤੁਰ ਮਿਥਿਆ ਕਹਿਣੇ ਦੋਏ। ਸਭ ਕਹਿੰਦੇ ਜਿਹੜਾ ਨਹੀਂ ਸਮਝਦਾ ਉਹ ਫਿਰ ਉਹ ਇਹ ਸਮਝਦਾ ਵੀ ਇਹ ਤੇ ਸਭ ਕੁਝ ਝੂਠ ਹੈ। ਜਿਹਨੇ ਕੇਵਲ ਸਰੀਰ ਕਰਕੇ ਜਿਉਣਾ ਕੀਤਾ ਉਹ ਆਤਮਾ ਨੂੰ ਝੂਠ ਮੰਨਦਾ ਹੈ। ਜਿਹੜਾ ਸੰਸਾਰ ਵਿੱਚ ਰਹਿੰਦਾ ਉਹ ਨਿਰੰਕਾਰ ਨੂੰ ਝੂਠ ਮੰਨਦਾ ਹੈ। ਜਿਹੜਾ ਕੇਵਲ ਕੁਦਰਤ ਵੇਖ ਰਿਹਾ, ਕਾਦਰ ਨੂੰ ਨਹੀਂ ਸਮਝ ਰਿਹਾ, ਉਹ ਕਹਿੰਦੇ ਮੈਂ ਨਹੀਂ ਕਾਦਰ ਨੂੰ ਮੰਨਦਾ, ਮੈਂ ਤੇ ਕੁਦਰਤ ਨੂੰ ਮੰਨਦਾ। ਸਰੀਰ ਨੂੰ ਮੰਨਦੇ ਆ ਪਰ ਸਰੀਰ ਨੂੰ ਚਲਾਉਣ ਵਾਲੇ ਉਸ ਜੀਵ ਨੂੰ ਨਹੀਂ ਅਸੀਂ ਮੰਨਦੇ। ਪਰ ਜਿਹਨੇ ਸਮਝ ਲਿਆ ਹੈ, ਸਾਹਿਬ ਜੀ ਕਹਿੰਦੇ ਉਹਦੇ ਵਾਸਤੇ ਇਹ ਸਭ ਕੁਝ ਮਿਥਿਆ ਹੈ। ਉਹ ਜਨਮ ਔਰ ਮੌਤ ਦੇ ਜਾਲ ਵਿੱਚ ਨਹੀਂ ਫਸਦਾ, ਉਹ ਆਵਾਗਮਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਵੀ ਜਨਮ ਹੋਇਆ ਉਹ ਤੇ ਇੱਕ ਦਿਨ ਮੌਤ ਅਟਲ ਹੈ। ਜੇ ਜਨਮ ਹੋਇਆ ਤਾਂ ਮੌਤ ਵੀ ਇੱਕ ਦਿਨ ਹੋਣੀ ਹੈ, ਪਰ ਜਨਮ ਔਰ ਮੌਤ ਦੇ ਦਰਮਿਆਨ ਨਿਰੰਕਾਰ ਵਿੱਚ ਲੀਨ ਹੋਣਾ ਹੈ। ਵਿਆਪਕ ਦਿਸਹਿ ਜਯੋ ਆਕਾਸ਼ਾ। ਸਭ ਕਹਿੰਦੇ ਜਿਸ ਤਰ੍ਹਾਂ ਸਰਬ ਵਿਆਪਕ ਆਕਾਸ਼, ਆਕਾਸ਼ ਤਾਂ ਚਾਰੇ ਪਾਸੇ ਹੀ ਹੈ। ਜਿਹੜੇ ਮਰਜ਼ੀ ਮੁਲਕ ਵਿੱਚ ਚਲੇ ਜਾਓ ਆਕਾਸ਼ ਤੇ ਉਹੀ ਹੈ। ਆਕਾਸ਼ ਨੂੰ ਨਹੀਂ ਆਪਾਂ ਵੰਡਿਆ, ਮੁਲਕ ਵੰਡੇ ਨੇ। ਮੁਲਕ ਕਿੱਥੇ ਵੰਡੇ ਨੇ? ਧਰਤੀ ਤੇ, ਕਿਉਂਕਿ ਧਰਤੀ ਤੇ ਸਾਡਾ ਜ਼ੋਰ ਚੱਲਦਾ ਹੈ। ਅਸੀਂ ਬਾਰਡਰ ਬਣਾ ਦਿੱਤੇ, ਅਸੀਂ ਆਪਣੀ ਫੌਜ ਤਾਇਨਾਤ ਕਰ ਦਿੱਤੀ ਉਹਦੇ ਉੱਤੇ ਵੀ, ਇਹ ਸਾਡਾ ਮੁਲਕ ਹੈ, ਇਹ ਤੁਹਾਡਾ ਹੈ। ਅਸੀਂ ਧਰਤੀ ਨੂੰ ਵੰਡ ਦਿੱਤਾ ਪਰ ਆਕਾਸ਼ ਨਹੀਂ ਵੰਡ ਸਕਦੇ। ਜੋ ਆਕਾਸ਼ ਸਰਬ ਵਿਆਪਕ ਹੈ। ਘਟ ਉਪਾਦ ਵਤ ਮਾਇਆ ਭਾਸ਼ਾ। ਹੁਣ ਇੱਕ ਆਕਾਸ਼ ਹੋਰ ਦਿਸਦਾ ਹੈ, ਪਤਾ ਕਿੱਥੇ? ਘੜਾ ਇੱਕ ਪਾਣੀ ਦਾ ਭਰ ਲਓ, ਭਾਂਡਾ ਰੱਖ ਲਓ ਭਰ ਕੇ ਪਾਣੀ ਦਾ, ਤੁਹਾਨੂੰ ਉਸ ਪਾਣੀ ਜਿਹੜਾ ਭਰਿਆ ਟਿਕਿਆ ਹੋਇਆ ਪਾਣੀ ਹੈ ਨਾ ਭਾਂਡੇ 'ਚ, ਉਹਦੇ ਵਿੱਚ ਵੀ ਆਕਾਸ਼ ਦਿਖਾਈ ਦੇਗਾ। ਹੁਣ ਆਕਾਸ਼ ਤੇ ਇੱਕੋ ਹੀ ਹੈ, ਪਰ ਉਹਦਾ ਦੂਸਰਾ ਰੂਪ ਜਿਹੜਾ ਸੀ ਉਹ ਉਸ ਭਾਂਡੇ ਵਿੱਚ ਪਏ ਹੋਏ ਪਾਣੀ ਦੇ ਵਿੱਚ, ਜਾਂ ਆਪਾਂ ਦਰਿਆ ਕੋਲ ਜਾਈਏ, ਸਮੁੰਦਰ ਜਾਈਏ, ਤਾਂ ਉੱਥੇ ਟਿਕੇ ਹੋਏ ਪਾਣੀ ਤੇ ਵੀ ਆਸਮਾਨ ਦਿਸਦਾ ਹੈ। ਉਹ ਕੀ ਹੈ? ਉਸ ਆਕਾਸ਼ ਦਾ ਬਣਿਆ ਹੋਇਆ ਪ੍ਰਤੀਬਿੰਬ ਹੈ, ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ। ਇਹ ਜੋ ਸੰਸਾਰ ਹੈ ਇਹ ਕੀ ਹੈ? ਇਹ ਨਿਰੰਕਾਰ ਦਾ ਹੀ ਦੂਸਰਾ ਰੂਪ ਹੈ, ਜਿਹਨੂੰ ਅਸੀਂ ਮਾਇਆ ਕਹਿ ਰਹੇ ਹਾਂ। ਇਹ ਨਿਰੰਕਾਰ ਦਾ ਸਹਿ ਭੰਗ, ਉਹਨੇ ਸਵਯੰ ਨੂੰ ਭੰਗ ਕੀਤਾ ਨਾ, ਦੋ ਹਿੱਸਿਆਂ ਵਿੱਚ ਕੀਤਾ, ਤੇ ਇੱਕ ਮਾਇਆ ਬਣ ਗਿਆ, ਇੱਕ ਸੰਸਾਰ ਬਣ ਗਿਆ, ਇੱਕ ਨਿਰੰਕਾਰ ਹੈ। ਉਹ ਪ੍ਰਗਟ ਰੂਪ ਵਿੱਚ ਵੀ ਹੈ, ਗੁਪਤ ਰੂਪ ਵਿੱਚ ਵੀ ਹੈ। ਅਸੀਂ ਕੇਵਲ ਇੱਕ ਤਲ ਤੇ ਜੀ ਨਹੀਂ ਰਹੇ, ਅਸੀਂ ਦੋ ਤਲ ਤੇ ਜੀ ਰਹੇ ਹਾਂ। ਸਰੀਰ ਹੈ ਪਰ ਸਰੀਰ ਨੂੰ ਚਲਾਉਣ ਵਾਲਾ ਵੀ ਅੰਦਰ ਜੀਵ ਹੈ, ਪਰ ਸਰੀਰ ਦਿਸਦਾ, ਜੀਵ ਨਹੀਂ ਦਿਸਦਾ। ਅੱਜ ਤੇ ਇੰਨੀ ਤਰੱਕੀਆਂ ਆਪਾਂ ਕਰ ਲਈਆਂ ਕਿ ਕਮਾਲ ਦੀਆਂ ਮਸ਼ੀਨਰੀਆਂ ਆ ਗਈਆਂ ਨੇ ਜਿਹੜੀ ਸਾਡੇ ਪੂਰੀ ਬਾਡੀ ਦਾ ਐਕਸਰੇ ਲੈ ਸਕਦੀਆਂ ਨੇ, ਸਾਡੀ ਬਰੀਕ ਤੋਂ ਬਰੀਕ ਨਾੜੀਆਂ ਵੀ ਦਿਖਾ ਸਕਦੀਆਂ ਨੇ ਮਸ਼ੀਨਰੀਆਂ। ਪਰ ਐਸੀ ਕੋਈ ਮਸ਼ੀਨਰੀ ਨਹੀਂ ਜਿਹਦੇ ਵਿੱਚ ਪੂਰੀ ਬਾਡੀ ਚਲੀ ਜਾਏ ਤੇ ਉਹਦੇ ਵਿੱਚ ਜੀਵ ਵੀ ਦਿਖਾ ਸਕੇ। ਉਹਦਾ ਐਕਸਰੇ ਨਹੀਂ ਲਿਆ ਜਾ ਸਕਦਾ, ਉਹਦੀ ਤਸਵੀਰ ਨਹੀਂ ਲਈ ਜਾ ਸਕਦੀ। ਇਸ ਲਈ ਪਰ ਉਹ ਹੈ ਜੋ ਸਰੀਰ ਨੂੰ ਚਲਾ ਰਿਹਾ ਹੈ, ਪਰ ਉਹ ਸਾਡੀ ਸੋਚ ਤੋਂ ਪਰੇ ਹੋਣ ਕਰਕੇ ਅਸੀਂ ਸਮਝ ਨਹੀਂ ਪਾ ਰਹੇ। ਜਿਹਨੇ ਸਮਝਿਆ ਉਹਨੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ, ਸਭ ਦੇ ਵਿੱਚ ਰੱਬੀ ਜੋਤ ਹੈ। ਇਹ ਕਿਹਨੇ ਕਿਹਾ? ਜਿਹਨੇ ਸਮਝ ਲਿਆ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਉਸ ਭਾਂਡੇ ਵਿੱਚ ਪਿਆ ਹੋਇਆ ਪਾਣੀ ਹੈ ਉਹਦੇ ਵਿੱਚ ਵੀ ਆਕਾਸ਼ ਦਿਸਦਾ ਹੈ। ਘਟ ਫੁੱਟੈ ਆਕਾਸ਼ ਸਭ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਉਹ ਭਾਂਡਾ ਆਪਾਂ ਫੋੜ ਦਈਏ, ਜਿਸ ਭਾਂਡੇ 'ਚ ਪਾਣੀ ਟਿਕਿਆ ਸੀ ਆਕਾਸ਼ ਦਿਖ ਰਿਹਾ ਸੀ ਉਹਦੇ ਵਿੱਚ, ਜਦੋਂ ਉਹ ਭਾਂਡਾ ਫੁੱਟ ਗਿਆ ਤੇ ਪਾਣੀ ਖਿਲਰ ਗਿਆ, ਤੇ ਜਦੋਂ ਉਹ ਪਾਣੀ ਖਿਲਰ ਗਿਆ ਤੇ ਆਕਾਸ਼ ਕਿੱਥੇ ਗਿਆ? ਜਿਹੜਾ ਉਹ ਆਕਾਸ਼ ਅਸੀਂ ਭਾਂਡੇ ਵਿੱਚ ਦੇਖ ਰਹੇ ਸਾਂ ਉਹ ਕਿੱਥੇ ਗਿਆ? ਕਿਉਂ ਮਾਇਆ ਵਹਿਾਨ। ਉਹ ਇੱਕ ਮਾਇਆ ਦਾ ਰੂਪ ਸੀ। ਇਹ ਸੰਸਾਰ ਵੀ ਇੱਕ ਮਾਇਆ ਦਾ ਹੀ ਰੂਪ ਹੈ, ਜਿਹਨੂੰ ਨਿਰੰਕਾਰ ਜਿਹੜਾ ਉਹ ਚਲਾ ਰਿਹਾ ਹੈ। ਜੇ ਨਿਰੰਕਾਰ ਹੈ ਤੇ ਸੰਸਾਰ ਹੈ ਨਾ, ਇਹ ਉਹਦਾ ਰੂਪ ਹੈ। ਇਹਦੇ ਇਸੇ ਰੂਪ ਵਿੱਚੋਂ ਹੀ ਆਪਾਂ ਨਿਰੰਕਾਰ ਨੂੰ ਸਮਝਣਾ ਹੈ, ਤੇ ਜਿਹੜਾ ਉਹਦਾ ਦੂਜਾ ਰੂਪ ਹੈ ਉਹਦੇ ਨਾਲ ਨਫ਼ਰਤ ਕਰਦੇ ਹਾਂ। ਹੁਣ ਥੋੜੀ ਬਰੀਕੀ ਨਾਲ ਸਮਝਿਓ। ਆਕਾਸ਼ ਦਿਸ ਰਿਹਾ ਨਾ ਸਾਨੂੰ ਆਸਮਾਨ ਤੇ, ਅਸੀਂ ਖੁੱਲਾ ਵੱਡਾ ਸਾਰਾ ਭਾਂਡਾ ਲੈ ਕੇ ਪਾਣੀ ਭਰ ਦਈਏ, ਪਾਣੀ ਟਿਕਿਆ, ਜਦੋਂ ਪਾਣੀ 'ਚ ਦੇਖੋਗੇ ਤੇ ਥੱਲੇ ਵੀ ਆਕਾਸ਼ ਦਿਸੇਗਾ। ਪਰ ਜਦੋਂ ਉਸ ਭਾਂਡੇ ਨੂੰ ਤੋੜ ਦਿਓਗੇ ਤੁਸੀਂ, ਪਾਣੀ ਖਿਲਰ ਗਿਆ ਤੇ ਆਕਾਸ਼ ਕਿੱਥੇ ਗਿਆ? ਉਹ ਤੇ ਉਹਦਾ ਇੱਕ ਪ੍ਰਤੀਬਿੰਬ ਸੀ ਨਾ, ਉਹਦਾ ਦੂਸਰਾ ਰੂਪ ਬਣ ਗਿਆ ਸੀ। ਉਹ ਦਿਸ ਰਿਹਾ। ਭਾਵੇਂ ਤੁਸੀਂ 1000 ਭਾਂਡੇ ਰੱਖੋ, ਹਜ਼ਾਰਾਂ ਵਿੱਚ ਆਸਮਾਨ ਦਿਸੇਗਾ, ਪਰ ਆਸਮਾਨ ਤੇ ਇੱਕੋ ਹੀ ਹੈ, ਆਕਾਸ਼ ਤੇ ਇੱਕੋ ਹੀ ਹੈ। ਪਰ 1000 ਭਾਂਡਿਆਂ ਵਿੱਚ 1000 ਆਸਮਾਨ ਦਿਸ ਰਹੇ ਸਨ। ਲੱਖ ਤੁਸੀਂ ਭਾਂਡੇ ਭਰ ਲਓ, ਕਰੋੜਾਂ ਭਰ ਲਓ, ਕਰੋੜਾਂ ਵਿੱਚ ਆਸਮਾਨ ਦਿਸੇਗਾ। ਪਰ ਜਦੋਂ ਭਾਂਡਾ ਤੁਸੀਂ ਤੋੜ ਦਿਓਗੇ ਉਹ ਲੱਖਾਂ ਆਕਾਸ਼ ਕਿੱਥੇ ਗਏ? ਬਸ ਇਸੇ ਤਰ੍ਹਾਂ ਇਹ ਸੰਸਾਰ ਵੀ ਉਹਦਾ ਇੱਕ ਪ੍ਰਤੀਬਿੰਬ, ਉਹਦਾ ਦੂਸਰਾ ਰੂਪ ਹੈ। ਅਸੀਂ ਰੱਬ ਨੂੰ ਪਾਉਣਾ ਚਾਹੁੰਦੇ ਹਾਂ ਤੇ ਰੱਬ ਦੇ ਦੂਜੇ ਰੂਪ ਨਾਲ ਨਫ਼ਰਤ ਕਰਦੇ ਹਾਂ। ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ ਤੇ ਪਰਮਾਤਮਾ ਦੇ ਦੂਸਰੇ ਰੂਪ ਨਾਲ ਅਸੀਂ ਈਰਖਾ ਕਰ ਰਹੇ ਹਾਂ, ਨਫ਼ਰਤ ਕਰ ਰਹੇ ਹਾਂ। ਅਸੀਂ ਹਿਰਦੇ ਦੇ ਵਿੱਚ ਈਰਖਾ ਦੀ ਅੱਗ ਬਾਲ ਕੇ ਬੈਠੇ ਹੋਏ ਹਾਂ ਤੇ ਅਸੀਂ ਕਹਿੰਦੇ ਰੱਬ ਜੀ ਤੁਹਾਨੂੰ ਪਾਉਣਾ ਚਾਹੁੰਦੇ ਹਾਂ। ਰੱਬ ਜੀ ਕਹਿੰਦੇ ਮੇਰੇ ਦੂਸਰੇ ਰੂਪ ਨਾਲ ਤਾਂ ਤੂੰ ਨਫ਼ਰਤ ਕਰਦਾ ਹੈ। ਕੁਦਰਤ ਵਿੱਚ ਨਫ਼ਰਤ ਅਸੀਂ ਭਰ ਕੇ ਬੈਠੇ ਹਾਂ ਤੇ ਕੁਦਰਤ ਵਿੱਚੋਂ ਹੀ ਤੇ ਰੱਬ ਮਿਲਣਾ ਸੀ। ਅਸੀਂ ਕੁਦਰਤ ਨਾਲ ਹੀ ਖਿਲਵਾੜ ਕੀਤਾ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਉਹਨੇ ਦੂਜੀ ਕੁਦਰਤ ਨੂੰ ਸਾਜਿਆ, ਅਸੀਂ ਉਹਦੇ ਵਿੱਚ ਹੰਕਾਰ ਈਰਖਾ ਭਰ ਕੇ ਬੈਠੇ ਹਾਂ ਤੇ ਉਹ ਕਿਵੇਂ ਮਿਲੇਗਾ ਸਾਨੂੰ? ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਭਾਂਡਾ ਸੀ, ਭਾਂਡਾ ਫੁੱਟ ਗਿਆ, ਆਕਾਸ਼ ਕਿੱਥੇ ਗਿਆ? ਕਿਉਂਕਿ ਉਹ ਇੱਕ ਮਾਇਆ ਦਾ ਰੂਪ ਸੀ। ਰੋਵਣ ਹਸਣ ਤੁਮਾਰ ਜੋ। ਸਾਹਿਬ ਜੀ ਕਹਿੰਦੇ ਆ ਜਿਹੜਾ ਤੁਹਾਡਾ ਰੋਣਾ ਤੇ ਤੁਹਾਡਾ ਹੱਸਣਾ ਹੈ ਸਰਬ ਅਕਾਰਤ ਜਾਣ। ਇਹ ਅਕਾਰਤ ਹੈ ਤੁਹਾਡਾ। ਇਹ ਹੱਸਣਾ ਵੀ ਅਕਾਰਤ ਬੇਅਰਥ, ਤੇ ਰੋਣਾ ਵੀ ਤੁਹਾਡਾ ਬੇਅਰਥ ਹੈ, ਕਿਉਂਕਿ ਤੁਸੀਂ ਸਰੀਰ ਨੂੰ ਹੀ ਸਭ ਕੁਝ ਮੰਨ ਕੇ ਬੈਠ ਗਏ ਹੋ। ਜਿਹੜਾ ਭਾਂਡਾ ਵਿੱਚ ਆਕਾਸ਼ ਦਿਸਦਾ ਸੀ ਤੁਸੀਂ ਉਹਨੂੰ ਹੀ ਮੰਨ ਕੇ ਬੈਠ ਗਏ, ਪਰ ਇਹ ਤੇ ਸੋਚਿਆ ਨਹੀਂ ਵੀ ਇਹ ਆਕਾਸ਼ ਜੇ ਪਾਣੀ ਵਿੱਚ ਬਣਿਆ ਤੇ ਕਿੱਥੋਂ ਬਣਿਆ? ਜੇ ਉਹ ਇੱਕ ਆਕਾਸ਼ ਹੈ ਤਾਂ ਹੀ ਇਹ ਬਣਿਆ ਨਾ।
ਅਸੀਂ ਉਹ ਭਾਂਡੇ ਵਾਲੇ ਆਕਾਸ਼ ਨਾਲ ਨਹੀਂ ਸੀ ਜੁੜਨਾ, ਅਸੀਂ ਜਿਹੜਾ ਅਸਲ ਵਿੱਚ ਆਕਾਸ਼ ਸੀ ਉਹਦੇ ਨਾਲ ਜੁੜਨਾ ਸੀ। ਅਸੀਂ ਸਰੀਰ ਨਾਲ ਜੁੜ ਕੇ ਰਹਿ ਗਏ। ਹੁਣ ਸਰੀਰ ਨੂੰ ਹੀ ਸਭ ਕੁਝ ਮੰਨ ਕੇ ਬੈਠ ਗਏ, ਤਾਂ ਹੀ ਤੇ ਸਾਨੂੰ ਧੋਖੇ ਮਿਲਦੇ ਆ। ਸਰੀਰਾਂ ਵਾਲੇ ਰੱਬ ਮਿਲ ਜਾਣਗੇ ਤੁਹਾਨੂੰ, ਸਰੀਰਾਂ ਵਾਲੇ ਰੱਬ ਬੈਠੇ ਹੋਏ ਤੁਹਾਨੂੰ ਮਿਲ ਜਾਣਗੇ। ਔਰ ਹਰ ਨਗਰ ਵਿੱਚ, ਮਹੱਲੇ ਵਿੱਚ, ਪਿੰਡ ਵਿੱਚ, ਕਸਬੇ ਵਿੱਚ ਤੁਹਾਨੂੰ ਹਰ ਥਾਂ ਤੇ ਕੋਈ ਨਾ ਕੋਈ ਰੱਬ ਗੱਦੀ ਲਾ ਕੇ ਬੈਠਾ ਮਿਲੇਗਾ। ਪਰ ਜੇ ਦੇਖਿਆ ਜਾਵੇ ਤੇ ਉਹ ਤੇ ਇੱਕੋ ਹੀ ਸੀ। ਆਹ ਰੱਬ ਜਿੰਨੇ ਧਰਤੀ ਤੇ ਗੱਦੀਆਂ ਲਾ ਕੇ ਬੈਠੇ ਆ, ਇਹ ਰੱਬ ਕਿੱਥੋਂ ਆ ਗਏ? ਇਹ ਕਿਉਂ ਆਏ? ਕਿਉਂਕਿ ਸਾਨੂੰ ਅਸਲ ਰੱਬ ਦੀ ਪਛਾਣ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮੈਂ ਸਾਰੇ ਹੀ ਮਤਾਂ ਵਾਲੇ ਵੇਖ ਲਏ, ਨਿਚੋੜ ਕੀ ਕੱਢਿਆ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਨਾ ਭੇਦ ਹੋਣ ਕਰਕੇ ਅਸੀਂ ਠੱਗੇ ਜਾ ਰਹੇ ਹਾਂ। ਜਿਹੜੇ ਰੱਬ ਬਣ ਕੇ ਬੈਠੇ ਆ ਧਰਤੀ ਤੇ, ਇਹਨਾਂ ਹੱਥੋਂ ਅਸੀਂ ਲੁੱਟੇ ਜਾ ਰਹੇ ਹਾਂ। ਜਿਹਨੂੰ ਪਰਖ ਨਹੀਂ ਹੈ ਨਾ, ਸੋਨੇ ਦੀ ਪਰਖ ਨਹੀਂ ਹੈ, ਉਹ ਕਈ ਵਾਰੀ ਸੋਨੇ ਦਾ ਭਾਅ ਦੇ ਆਉਂਦਾ ਪਰ ਪਿੱਤਲ ਖਰੀਦ ਕੇ ਲੈ ਆਉਂਦਾ, ਕਿਉਂਕਿ ਉਹਨੂੰ ਪਰਖ ਨਹੀਂ ਸੀ। ਉਹ ਆਪਣੇ ਵੱਲੋਂ ਤੇ ਹੀਰਾ ਖਰੀਦ ਕੇ ਲਿਆਇਆ, ਪਰ ਉਹਨੂੰ ਇਹ ਨਹੀਂ ਨਾ ਪਤਾ ਵੀ ਉਹਨੇ ਹੀਰੇ ਦੀ ਜਗ੍ਹਾ ਤੇ ਕੱਚ ਪਕੜਾ ਦਿੱਤਾ ਇਹਨੂੰ। ਪਰ ਜਿਹਨੂੰ ਪਰਖ ਸੀ ਉਹਨੇ ਆਖਿਆ ਇਹ ਗਲਤ, ਜਿਹੜਾ ਇਹ ਤੂੰ ਮੇਰੇ ਨਾਲ ਕਰ ਰਿਹਾ, ਧੋਖਾ ਦੇ ਰਿਹਾ, ਤੂੰ ਮੈਨੂੰ ਸੋਨਾ ਦਿਖਾ ਕੇ ਤੇ ਪਿੱਤਲ ਵਗੜਾ ਰਿਹਾ, ਜਿਹਨੂੰ ਪਰਖ ਸੀ। ਪਰ ਅਸੀਂ ਕੀ ਕੀਤਾ? ਅੰਧੇ ਕਾ ਨਾਉ ਪਾਰਖੂ, ਅਸੀਂ ਅੰਧੇ ਦਾ ਨਾਂ ਪਾਰਖੂ ਰੱਖ ਦਿੱਤਾ। ਸਭ ਕਹਿੰਦੇ ਜਿਹੜਾ ਪਾਰਖੂ ਸੀ ਉਹਨੂੰ ਸਮਝਿਆ ਕੋਈ ਨਹੀਂ, ਤੇ ਜਿਹੜਾ ਅੰਧਾ ਸੀ ਉਹਨੂੰ ਪਾਰਖੂ ਅਸੀਂ ਕਹਿ ਦਿੱਤਾ ਵੀ ਇਹ ਪਾਰਖੂ ਹੈ। ਅਗਿਆਨਤਾ ਦੇ ਵਸ ਹੋਇਆਂ ਨੂੰ ਅਸੀਂ ਰੱਬ ਬਣਾ ਕੇ ਬਿਠਾ ਦਿੱਤਾ, ਤੇ ਜਿਹੜਾ ਗਿਆਨ ਦੀ ਮੂਰਤ ਸੀ ਉਹਨੂੰ ਅਸੀਂ ਸਮਝਿਆ ਹੀ ਕੋਈ ਨਹੀਂ। ਇਹ ਅਸਲੀਅਤ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਇਹ ਸੰਸਾਰ ਵਿੱਚ ਤੁਹਾਡਾ ਹੱਸਣਾ ਤੇ ਤੁਹਾਡਾ ਰੋਣਾ ਜਿਹੜਾ ਇਹ ਅਕਾਰਥ, ਇਹ ਬੇਅਰਥ ਹੈ। ਅਧੀਨ ਵਾਸਨਾ ਨਾਲ ਸਭ, ਇਹ ਸਾਰੇ ਹੀ ਜਿਹੜੇ ਮਨੁੱਖ ਨੇ ਵਾਸ਼ਨਾ ਦੇ ਅਧੀਨ ਨੇ, ਵਾਸ਼ਨਾਵਾਂ ਨਾਲ ਭਰੇ ਹਨ। ਜਾਂ ਤੇ ਜਨਮ ਧਰਤ ਪੁਣ ਪੁਣ ਤਬ, ਇਸੇ ਕਰਕੇ ਇਹ ਪੁੰਨ ਬਾਰ-ਬਾਰ ਜਨਮ ਹੈ, ਬਾਰ-ਬਾਰ ਮੌਤ ਹੈ। ਤੇ ਜੇ ਮੌਤ ਹੋਣ ਤੋਂ ਬਾਅਦ ਪਰਮਾਤਮਾ ਵਿੱਚ ਲੀਨ ਹੋਣਾ, ਤੇ ਦੁਬਾਰਾ ਜਨਮ ਕਿਸ ਵਾਸਤੇ? ਇਹ ਤੇ ਜਨਮ ਹੋਣਾ ਹੀ ਨਹੀਂ ਚਾਹੀਦਾ। ਅਸੀਂ ਸਾਨੂੰ ਤੇ ਕਿਹਾ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਤੂੰ ਜਨਮ ਨੂੰ ਸਵਾਰ ਕੇ ਚੱਲ। ਤਿੰਨੀ ਜਨਮ ਜੂਏ ਹਾਰਿਆ, ਤੂੰ ਜਨਮ ਨੂੰ ਜੂਏ ਦੀ ਤਰ੍ਹਾਂ ਹਾਰ ਕੇ ਨਾ ਚੱਲ। ਤੇ ਜੇ ਮੌਤ ਤੋਂ ਬਾਅਦ ਆਪਣੇ ਆਪ ਹੀ ਪਰਮਾਤਮਾ ਦਾ ਮਿਲਣ ਹੋ ਜਾਏ, ਤੇ ਫਿਰ ਮਹਾਰਾਜ ਜੀ ਕਹਿੰਦੇ ਆ ਇਸ ਜੀਵਨ ਅੰਦਰ ਫਿਰ ਸਾਨੂੰ ਇਹ ਕਮਾਈ ਕਰਨ ਦੀ ਲੋੜ ਹੀ ਨਹੀਂ ਪਏਗੀ। ਪਰ ਬਾਰ-ਬਾਰ ਜਨਮ ਹੋ ਰਿਹਾ ਹੈ ਕਿਸ ਵਾਸਤੇ? ਕਿਉਂਕਿ ਮੌਤ ਤੋਂ ਬਾਅਦ ਵੀ ਉਹਦਾ ਮਿਲਣ ਨਹੀਂ ਹੋ ਰਿਹਾ, ਉਹਦਾ ਮਿਲਾਪ ਨਹੀਂ ਹੋ ਰਿਹਾ। ਇਸ ਵਾਸਤੇ ਇਹ ਤੁਹਾਡਾ ਜਿਹੜਾ ਹੱਸਣਾ ਵੀ ਬੇਕਾਰ, ਤੁਹਾਡਾ ਰੋਣਾ ਵੀ ਬੇਕਾਰ ਹੈ। ਕਿਉਂਕਿ ਜਨਮ ਤੋਂ ਬਾਅਦ ਮੌਤ, ਮੌਤ ਤੋਂ ਬਾਅਦ ਫਿਰ ਬਾਰ-ਬਾਰ ਇਹ ਜਨਮ ਮਰਨ ਬਣਿਆ ਰਹਿੰਦਾ ਹੈ। ਜਨਮ ਮਰਨ ਬਹੁਤੋ ਦੁੱਖ ਪਾਵੇ, ਔਰ ਸਭ ਤੋਂ ਵੱਡਾ ਦੁੱਖ ਹੀ ਇਹ ਹੈ, ਜੰਮਣਾ ਮਰਨਾ, ਜੰਮਣਾ ਮਰਨਾ। ਤਾਂ ਹੀ ਤੇ ਆਖਿਆ ਸੀ ਜੇ ਬਾਰ-ਬਾਰ ਜੰਮਣ ਤੇ ਬਾਰ-ਬਾਰ ਮਰਨ ਤੋਂ ਮੁਕਾਉਣਾ ਚਾਹੁੰਦੇ ਹੋ ਤਾਂ ਫਿਰ ਇੱਕੋ ਵਾਰੀ ਜਿਹੜਾ ਆ ਕੇ ਤੁਸੀਂ ਮਰ ਜਾਓ। ਕਿੱਦਾਂ ਮਰਨਾ ਹੈ? ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਇਹ ਕਿਹੜਾ ਮਰਨਾ ਹੈ? ਕਹਿੰਦੇ ਸ਼ਬਦ ਮਰੋ, ਸ਼ਬਦ ਵਿੱਚ ਆਪਣੀਆਂ ਵਾਸ਼ਨਾਵਾਂ ਮਾਰ ਦਿਓ। ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੀ ਹੰਗਤਾ ਨੂੰ ਖਤਮ ਕਰ ਦਿਓ, ਅੰਦਰੋਂ ਵਾਸ਼ਨਾਵਾਂ ਖਤਮ ਕਰ ਦਿਓ। ਕਹਿੰਦੇ ਨੇ ਜਿਹਨੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਨੂੰ ਮਾਰ ਦਿੱਤਾ, ਕਿਉਂਕਿ ਮੁਰਦਾ ਹੋਏ ਮੁਰੀਦ ਬਣਨ ਵਾਸਤੇ ਵੀ ਮੁਰਦਾ ਹੋਣਾ ਪੈਣਾ ਹੈ। ਸਰੀਰ ਕਰਕੇ ਨਹੀਂ, ਮਨ ਕਰਕੇ ਮੁਰਦਾ ਹੋਣਾ ਪੈਣਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਫਿਰ ਦੁਬਾਰਾ ਮਰਨਾ ਨਹੀਂ ਹੋਏਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਾਂ ਤੇ ਜਨਮ ਧਰਤ ਪੁੰਨ ਤਬ, ਬਾਰ-ਬਾਰ ਜਨਮ ਇਸੇ ਲਈ ਹੁੰਦਾ ਹੈ ਕਿਉਂਕਿ ਮੌਤ ਤੋਂ ਬਾਅਦ ਜ਼ਰੂਰੀ ਨਹੀਂ ਪਰਮੇਸ਼ਵਰ ਦਾ ਮਿਲਨ ਹੋਵੇਗਾ, ਉਹਦੇ ਲਈ ਕਮਾਈ ਕਰਨੀ ਪੈਂਦੀ ਹੈ। ਬਾਰ-ਬਾਰ ਆਵੇ ਜਗ ਜਾਵੇ, ਸਭ ਤੋਂ ਵੱਡਾ ਦੁੱਖ ਜਨਮ ਤੇ ਮੌਤ ਦਾ ਹੈ, ਜੰਮਣਾ ਤੇ ਮਰਨਾ। ਇਹ ਬਾਰ-ਬਾਰ ਆਉਣਾ ਜਾਣਾ, ਇਹ ਸਭ ਤੋਂ ਵੱਡਾ ਦੁੱਖ ਹੈ। ਗੁਰ ਕੇ ਵਾਕ ਸੁਣੇ ਅਤ ਜਬ ਹੀ, ਜਦੋਂ ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬੋਲ ਸੁਣੇ ਨੇ, ਜਦੋਂ ਇਹ ਪਾਵਨ ਬਚਨ ਸੁਣੇ ਹਨ, ਹਿਰਦੈ ਵਿਚਾਰ ਕੀਓ ਨਰ ਸਭ ਹੀ, ਸਾਰਿਆਂ ਨੇ ਹਿਰਦੇ ਵਿੱਚ ਵਿਚਾਰ ਕੀਤੀ ਵੀ ਗੱਲ ਤਾਂ ਸਹੀ ਹੈ। ਅਸੀਂ ਸਰੀਰ ਦੇ ਜਨਮ ਨੂੰ ਵਿਛੋੜਾ ਮੰਨ ਲਿਆ ਤੇ ਸਰੀਰ ਦੀ ਮੌਤ ਨੂੰ ਪਰਮੇਸ਼ਵਰ ਦਾ ਮਿਲਾਪ ਸਮਝ ਕੇ ਬੈਠ ਗਏ। ਪਰ ਸਰੀਰ ਤਾਂ ਇੱਕ ਜਰੀਆ ਹੈ, ਪਰਮੇਸ਼ਵਰ ਤੋਂ ਵਿਛੜਿਆ ਤੇ ਇਹ ਜੀਵ ਹੈ ਜੋ ਸਰੀਰ ਦੇ ਅੰਦਰ ਸਰੀਰ ਨੂੰ ਚਲਾਉਣ ਵਾਲਾ ਹੈ। ਔਰ ਪਰਮੇਸ਼ਵਰ ਨਾਲ ਮਿਲਾ, ਆਤਮਾ ਦਾ ਮਿਲਣ ਪਰਮਾਤਮਾ ਦੇ ਨਾਲ ਹੋਣਾ ਹੈ। ਹੁਣ ਇੱਕ ਜੋਤ ਜਿਹੜੀ ਹੈ, ਇੱਕ ਲਾਈਟ ਜਿਹੜੀ ਜਗ ਰਹੀ ਹੈ, ਬੱਤੀ ਜਿਹੜੀ ਦੀਵਾ ਕਹਿ ਲਓ, ਚਲੋ ਜਗ ਰਿਹਾ ਹੈ, ਤੇ ਪਾਣੀ ਦਾ ਸੁਮੇਲ ਹੋ ਸਕਦਾ ਉਹਦੇ ਨਾਲ? ਪਾਣੀ ਦਾ ਤੇ ਬਲਦੀ ਹੋਈ ਅੱਗ ਦਾ ਮੇਲ ਹੋ ਸਕਦਾ? ਨਹੀਂ। ਅੱਗ ਦਾ ਮੇਲ ਅੱਗ ਨਾਲ ਹੈ, ਪਾਣੀ ਦਾ ਪਾਣੀ ਨਾਲ ਹੈ, ਹਵਾ ਦਾ ਹਵਾ ਨਾਲ ਹੈ, ਮਿੱਟੀ ਦਾ ਮਿੱਟੀ ਨਾਲ ਹੈ, ਆਤਮਾ ਦਾ ਪਰਮਾਤਮਾ ਨਾਲ ਹੈ। ਕਦੇ ਪਾਣੀ ਤੇ ਮਿੱਟੀ ਜਿਹੜੇ ਆਪਸ ਵਿੱਚ ਮਿਲ ਨਹੀਂ ਸਕਦੇ, ਹਵਾ ਤੇ ਅੱਗ ਆਪਸ ਵਿੱਚ ਮਿਲ ਨਹੀਂ ਸਕਦੀ। ਇਸੇ ਤਰ੍ਹਾਂ ਸਭ ਕਹਿੰਦੇ ਆ ਜੇ ਤੂੰ ਪਰਮਾਤਮਾ ਨੂੰ ਮਿਲਣਾ ਤੇ ਆਤਮਾ ਤੇ ਪਰਮਾਤਮਾ ਦਾ ਮਿਲਣਾ, ਸਰੀਰ ਦਾ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਜਦੋਂ ਇਹ ਗੱਲ ਸਮਝਾਈ ਤੇ ਇਹਨਾਂ ਨੇ ਸੁਣ ਕੇ ਵਿਚਾਰ ਕੀਤੀ ਕਿ ਗੱਲ ਬਿਲਕੁਲ ਸਹੀ ਹੈ। ਗੱਲ ਅਸੀਂ ਸਰੀਰ ਕਰਕੇ ਹੱਸ ਰਹੇ ਹਾਂ, ਸਰੀਰ ਕਰਕੇ ਰੋ ਰਹੇ ਹਾਂ, ਪਰ ਗੁਰੂ ਸਾਹਿਬ ਨੇ ਕਿੱਥੇ ਲੈ ਜਾਣਾ ਹੈ? ਜਿੱਥੇ ਦੁੱਖ ਸੁੱਖ ਤੋਂ ਅਸੀਂ ਨਿਆਰੇ ਹੋ ਜਾਣਾ ਹੈ, ਜਿੱਥੇ ਅਸੀਂ ਰਹਿਣਾ ਸੰਸਾਰ ਵਿੱਚ ਹੀ ਹੈ ਪਰ ਜੁੜਨਾ ਨਿਰੰਕਾਰ ਦੇ ਨਾਲ ਹੈ। ਫਿਰ ਇੱਥੇ ਆ ਕੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਚਿੱਤ ਨਿਰੰਕਾਰ ਨਾਲ ਜੁੜ ਜਾਏਗਾ। ਸਤਿਗੁਰੂ ਮਹਾਰਾਜ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਇਹ ਸਾਰੇ ਲੋਕ ਬੈਠ ਕੇ ਕਰਦੇ ਹਨ। ਸਤ ਬਚਨ ਇਨ ਸੰਤ ਬਖਾਨੇ, ਜਦੋਂ ਇਹਨਾਂ ਨੂੰ ਵਿਚਾਰ ਸਮਝ ਆਈ, ਉਹਨਾਂ ਆਖਿਆ ਵੀ ਆ ਜਿਹੜੇ ਫਕੀਰ ਆਏ ਨੇ ਇਹ ਸੱਚ ਬੋਲਦੇ ਨੇ, ਇਹਨਾਂ ਨੇ ਜੋ ਵੀ ਗੱਲ ਕੀਤੀ ਹੈ ਸੱਚ ਕੀਤੀ ਹੈ, ਅਸੀਂ ਉਹੀ ਝੂਠਾ ਰੁਦਨ ਕਰੀ ਜਾ ਰਹੇ ਹਾਂ, ਝੂਠੀਆਂ ਖੁਸ਼ੀਆਂ ਅਸੀਂ ਜਿਹੜੀਆਂ ਉਹ ਮਨਾ ਰਹੇ ਹਾਂ। ਮਤ ਹਮਾਰ ਮਿਥਿਆ ਪਹਿਚਾਨੇ, ਸਾਡੀ ਮਤ ਨੇ ਮਿਥਿਆ ਨੂੰ ਸਮਝ ਲਿਆ ਹੈ ਕਿ ਮਿਥਿਆ ਕੀ ਹੈ। ਦੋ ਗੱਲਾਂ ਅੱਗੇ ਵੀ ਜ਼ਿਕਰ ਕੀਤੀਆਂ ਸੀ ਤੁਹਾਡੇ ਨਾਲ ਕਿ ਜਗ ਰਚਨਾ ਸਭ ਝੂਠ ਹੈ, ਇਹ ਜਗਤ ਦੀ ਰਚਨਾ ਝੂਠ ਹੈ, ਪਰ ਇਹ ਜਗ ਸੱਚੇ ਕੀ ਹੈ? ਕੋਠੜੀ ਇਹ ਵੀ ਸੱਚ ਹੈ, ਇਹ ਵੀ ਗੱਲ ਬਿਲਕੁਲ ਸੱਚ ਹੈ। ਇੱਕ ਪਾਸੇ ਇਹ ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰਹੇ ਮੀਤ, ਇਹ ਜਗ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿਸ਼ਵਾਸ, ਇਹ ਵੀ ਬਿਲਕੁਲ ਸੱਚ ਹੈ। ਅਸਲ ਵਿੱਚ ਜਗ ਦੀ ਰਚਨਾ ਝੂਠੀ ਹੈ, ਪਰ ਜਗ ਵਿੱਚ ਜਿਹੜਾ ਬੈਠਾ ਉਹ ਸੱਚਾ ਹੈ। ਜਗਤ ਦੀ ਰਚਨਾ ਝੂਠੀ ਹੈ, ਜਿਹੜਾ ਘਰ ਬਣਿਆ ਉਹ ਕੱਚਾ ਹੈ, ਪਰ ਘਰ ਦੇ ਵਿੱਚ ਰਹਿਣ ਵਾਲਾ ਸੱਚਾ ਹੈ। ਇਸ ਲਈ ਮਹਾਰਾਜ ਨੇ ਜਦੋਂ ਇਹ ਗੱਲ ਸਮਝਾਈ, ਇਹਨਾਂ ਨੂੰ ਸਮਝ ਆ ਗਈ ਕਿ ਇਹ ਸਭ ਕੁਝ ਮਿਥਿਆ ਹੈ। ਬਿਨ ਸੰਦੇਹ ਪਏ ਜਬ ਸੁਣ ਕੇ, ਜਦੋਂ ਕਹਿੰਦੇ ਸਾਰਿਆਂ ਨੂੰ ਵਿਚਾਰ ਸਮਝ ਆ ਗਈ, ਮਨ ਦੀ ਸ਼ੰਕਾ ਖਤਮ ਹੋ ਗਈ, ਬਦਨ ਕਰਤ ਭਏ ਗੁਰ ਗੁਣ ਕੈ, ਉਸੇ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੈਠ ਗਏ ਕਿ ਸਤਿਗੁਰੂ ਮਹਾਰਾਜ ਤੁਸੀਂ ਸਾਨੂੰ ਗੱਲ ਸਮਝਾ ਦਿੱਤੀ ਵੀ ਅਸੀਂ ਸਰੀਰਕ ਤਲ ਨੂੰ ਹੀ ਸਭ ਕੁਝ ਮੰਨੀ ਬੈਠੇ ਸਾਂ, ਪਰ ਅਸਲ ਵਿੱਚ ਕਹਾਣੀ ਸਰੀਰ ਦੀ ਨਹੀਂ ਹੈ, ਖੇਡ ਸਰੀਰ ਦੀ ਨਹੀਂ ਹੈ। ਸਰੀਰ ਨੇ ਇੱਥੇ ਜਨਮ ਲਿਆ, ਇੱਥੇ ਹੀ ਮਿੱਟੀ ਹੋ ਜਾਣਾ। ਇਹ ਕੱਪੜਾ ਇੱਥੇ ਸਾਨੂੰ ਮਿਲਿਆ, ਇੱਥੇ ਹੀ ਉਤਾਰ ਦੇਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਹੁਣ ਛੱਡ ਦੁਨੀਆ ਅੰਦਰ ਜਾਵਣਾ, ਇਹ ਕਿੰਨੇ ਛੱਡ ਕੇ ਜਾਣਾ? ਸਰੀਰ ਰੂਪੀ ਚੋਲਾ ਛੱਡਣਾ ਹੈ, ਪਰ ਕਿੰਨੇ ਛੱਡਣਾ? ਕੋਈ ਤੇ ਹੈ ਜਿਹੜਾ ਸਰੀਰ ਵਿੱਚ ਜਿਹਨੇ ਇਹ ਛੱਡ ਕੇ ਜਾਣਾ, ਤੇ ਜਿਹਨੇ ਛੱਡ ਕੇ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੋਈ ਤਾਂ ਹੈ ਜਿਹਨੇ ਫਿਰ ਅੱਗੋਂ ਮੰਦਾ ਤੇ ਚੰਗਾ ਫਲ ਪਾਉਣਾ। ਇਸ ਲਈ ਸਾਨੂੰ ਉਸ ਜੀਵ ਨੂੰ ਸਮਝਣਾ ਪੈਣਾ। ਅਸੀਂ ਪਿੰਜਰਾ ਵੇਖ ਰਹੇ ਹਾਂ, ਪਿੰਜਰੇ ਵਿੱਚ ਬੈਠਾ ਪੰਛੀ ਨਹੀਂ ਵੇਖ ਰਹੇ। ਅਸੀਂ ਪਿੰਜਰੇ ਨਾਲ ਨਹੀਂ, ਪੰਛੀ ਦੇ ਨਾਲ ਜੁੜਨਾ ਹੈ, ਕਿਉਂਕਿ ਜਿੰਨਾ ਚਿਰ ਪੰਛੀ ਆ ਪਿੰਜਰੇ ਦੀ ਵੀ ਕਦਰ ਉਹਨਾਂ ਚਿਰ ਹੀ ਹੈ। ਜਦੋਂ ਪੰਛੀ ਅੰਦਰੋਂ ਉਡਾਰੀ ਮਾਰ ਗਿਆ, ਫਿਰ ਮੁਰਦੇ ਸਰੀਰ ਨੂੰ ਕੌਣ ਪੁੱਛਦਾ?
ਇਸ ਡੈੱਡ ਬੋਡੀ ਨੂੰ ਕੌਣ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ 2 ਮਿੰਟ ਘਰ ਦੇ ਵਿੱਚ ਕਿਤੇ ਦੇਰੀ ਹੋ ਜਾਏ ਤੇ ਉਸੇ ਵੇਲੇ ਫਿਕਰ ਲੱਗ ਜਾਂਦਾ ਵੀ ਕਿੱਥੇ ਕੋਈ ਸਾਡੇ ਘਰ ਦਾ ਜੀ ਰਹਿ ਗਿਆ, ਪੁੱਛੋ ਪਤਾ ਕਰੋ ਵੀ ਲੇਟ ਹੋ ਗਿਆ, ਘਰ ਨਹੀਂ ਮੁੜਿਆ। ਤੇ ਜਿਸ ਦਿਨ ਆ ਪੰਛੀ ਵਿੱਚੋਂ ਨਿਕਲ ਜਾਏ ਉਸ ਦਿਨ ਅਸੀਂ ਫਿਰ ਉਸ ਗੱਡੀ ਦਾ ਇੰਤਜ਼ਾਰ ਕਰਦੇ ਹਾਂ ਜਿਹੜੀ ਸ਼ਮਸ਼ਾਨ ਭੂਮੀ ਲਿਜਾਣ ਵਾਲੀ ਹੁੰਦੀ ਹੈ ਨਾ, ਪਤਾ ਕਰੋ ਕਿੱਥੇ ਰਹਿ ਗਈ, ਹਜੇ ਤੱਕ ਆਈ ਨਹੀਂ। ਫਿਰ ਅਸੀਂ ਕਹਿੰਦੇ ਵੀ ਪਤਾ ਕਰੋ ਲੇਟ ਕਿਉਂ ਹੋ ਗਈ, ਸਮੇਂ ਸਿਰ ਆਈ ਕਿਉਂ ਨਹੀਂ ਗੱਡੀ ਲਿਜਾਣ ਵਾਲੀ। ਪਰ ਜਿੰਨਾ ਚਿਰ ਜਿਉਂਦਾ ਸੀ ਉਦੋਂ ਇੰਤਜ਼ਾਰ ਕਰਦੇ ਸੀ ਵੀ ਉਹ ਕਿਉਂ ਨਹੀਂ ਆਇਆ, ਤੇ ਜਦੋਂ ਵਿੱਚੋਂ ਪੰਛੀ ਨਿਕਲ ਗਿਆ ਫਿਰ ਕਹਿੰਦੇ ਗੱਡੀ ਕਿਉਂ ਨਹੀਂ ਆਈ ਇਹਨੂੰ ਲਿਜਾਣ ਵਾਲੀ, ਫਿਰ ਕਾਢੋ ਭਾਈ। ਇਹ ਸੱਚ ਹੈ ਦੁਨੀਆ ਦਾ। ਸਭ ਕਹਿੰਦੇ ਨੇ ਹਾਰਡ ਮਾਸ ਨਾਰੀ ਕੋ ਪਿੰਜਰ, ਪੰਖੀ ਵਸਿਆ ਵਿਚਾਰਾ। ਉਹ ਜਿਹੜਾ ਪੰਖੀ ਹੈ ਨਾ ਉਹ ਉਹਦੇ ਤੋਂ ਵਿਛੜਿਆ ਹੋਇਆ ਹੈ। ਉਸ ਪੰਖੀ ਨੂੰ ਉਹਦੇ ਨਾਲ ਮਿਲਾਉਣ ਵਾਸਤੇ ਹੀ ਆ ਰੱਬੀ ਬਾਣੀ ਦਿੱਤੀ ਹੈ। ਇਹ ਰੱਬੀ ਬਾਣੀ ਦਾ ਖਜ਼ਾਨਾ ਹੀ ਇਸ ਲਈ ਦਿੱਤਾ ਹੈ ਕਿ ਪੰਛੀ ਆ ਪਿੰਜਰਾ ਛੱਡ ਕੇ ਜਾਵੇ ਤੇ ਆਪਣੇ ਨਗਰ ਆਪਣੇ ਦੇਸ਼ ਪਹੁੰਚ ਜਾਏ, ਭਾਵ ਨਿਰੰਕਾਰ ਦੇ ਦੇਸ਼ ਪਹੁੰਚ ਜਾਏ। ਇਹ ਭਟਕ ਰਿਹਾ ਹੈ ਸਾਡਾ ਪੰਛੀ, ਕਦੇ ਕਿਸੇ ਪਿੰਜਰੇ ਵਿੱਚ ਕੈਦ ਹੋ ਜਾਂਦਾ ਹੈ, ਕਦੇ ਕਿਸੇ ਪਿੰਜਰੇ 'ਚ ਕੈਦ ਹੋ ਜਾਂਦਾ ਹੈ। ਇਹਨੂੰ ਸਦਾ ਲਈ ਆਜ਼ਾਦੀ ਦਿਵਾਉਣੀ ਹੈ। ਇਹ ਤਾਂ ਹੀ ਹੋਏਗੀ ਜੇ ਗਾਵੋ ਸੱਚੀ ਬਾਣੀ, ਬਾਣੀ ਦਾ ਅਭਿਆਸ ਕਰਾਂਗੇ ਤਾਂ। ਇਸ ਲਈ ਸਤਿਗੁਰੂ ਮਹਾਰਾਜ ਨੇ ਜੋ ਸਮਝਾਇਆ ਇਹਨਾਂ ਲੋਕਾਂ ਨੂੰ ਸਮਝ ਆ ਗਈ। ਸਾਰੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਖਲੋ ਗਏ। ਬਿਨੈ ਕਰਤ ਪੇ ਬਾਰੰਬਾਰੀ ਬਾਰ-ਬਾਰ ਸਾਰੇ ਹੀ ਬੇਨਤੀਆਂ ਕਰਨ ਲੱਗ ਪਏ। ਅਮਰੀ ਗਤ ਕੀ ਜਗਤਕਾਰੀ। ਸਾਡੀ ਗਤੀ ਕਿਵੇਂ ਹੋਵੇਗੀ ਦੱਸੋ ਸਾਨੂੰ, ਸਾਡਾ ਕਲਿਆਣ ਕਿਵੇਂ ਹੋਵੇਗਾ ਸਾਨੂੰ ਦੱਸੋ, ਅਸੀਂ ਮੁਕਤ ਕਿਵੇਂ ਹੋਵਾਂਗੇ ਸਾਨੂੰ ਦੱਸਣਾ ਕਰੋ। ਨਿਜ ਉਪਦੇਸ਼ ਦੀਜੀਏ ਹਮਕੋ। ਆਪਣਾ ਉਪਦੇਸ਼ ਦੇ ਕੇ ਸਾਨੂੰ ਸਮਝਾਓ ਕਿ ਅਸੀਂ ਕਿਵੇਂ ਨਿਰੰਕਾਰ ਵਿੱਚ ਪਰਮੇਸ਼ਵਰ ਵਿੱਚ ਸਦਾ ਲਈ ਲੀਨ ਹੋ ਸਕਦੇ ਹਾਂ। ਅਸੀਂ ਆਪਣੀ ਗਤੀ ਕਿਵੇਂ ਕਰ ਸਕਦੇ ਹਾਂ, ਆਪਣਾ ਕਲਿਆਣ ਕਿਵੇਂ, ਆਪਣਾ ਭਲਾ ਕਿਵੇਂ ਕਰ ਸਕਦੇ ਹਾਂ, ਸਾਨੂੰ ਸਮਝਾਉਣਾ ਕਰੋ ਜੀ। ਸ਼ਰਨ ਪਰੇ ਕੀ ਲਜਿਆ ਤੁਮਕੋ। ਤੁਹਾਡੀ ਸ਼ਰਨ ਵਿੱਚ ਪੈ ਗਏ ਆ, ਢੇਰੀ ਹੋ ਗਏ ਆ, ਸਾਨੂੰ ਜਿਹੜਾ ਤੁਹਾਡੀ ਸ਼ਰਨ ਵਿੱਚ ਪਏ ਆ ਨਾ ਇਹਦੀ ਹੋਈ ਲਾਜ ਰੱਖ ਲਓ। ਅਸੀਂ ਵੀ ਬੇਨਤੀ ਕਰਨੀ ਆ ਮਹਾਰਾਜ ਜੀ, ਭਾਵੇਂ ਬੁਰੇ ਆ ਭਾਵੇਂ ਚੰਗੇ ਆ, ਜਿੱਦਾਂ ਦੇ ਵੀ ਆ, ਬੁਰੇ ਭਲੇ ਹਮ ਸਾਰੇ, ਬੁਰੇ ਹਾਂ ਭਲੇ ਹਾਂ, ਹੈ ਤਾਂ ਤੁਹਾਡੇ ਹੀ ਦਰ ਦੇ ਸੇਵਕ ਆ ਨਾ। ਚਲੋ ਜਿਹੜੀ ਬਾਣੀ ਦਾ ਪਾਠ ਕਰਦੇ ਆ ਸਾਨੂੰ ਤੇ ਚਲੋ ਨਹੀਂ ਹੈ, ਪਰ ਤੁਸੀਂ ਆਪਣੀ ਬਾਣੀ ਦੀ ਲਾਜ ਰੱਖ ਲਓ। ਤੁਸੀਂ ਆਪਣੇ ਨਾਮ ਦੀ ਲਾਜ ਰੱਖ ਕੇ ਹੀ ਸਾਡੇ ਤੇ ਕਿਰਪਾ ਕਰਦੇ ਹੋ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ। ਮੇਰੇ ਅਵਗਣ ਨਹੀਂ ਵਿਚਾਰਨੇ ਤੁਸੀਂ, ਬਸ ਆਪਣੇ ਨਾਮ ਦੀ ਲਾਜ ਰੱਖਦੇ ਆ, ਮੇਰੇ ਤੇ ਕਿਰਪਾ ਕਰਨੀ ਹੈ। ਇਸ ਲਈ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ। ਸ਼ਰਨ ਪਰੇ ਕੀ ਲੱਜਿਆ ਤੁਮ ਕੋ। ਹੇ ਗੁਰੂ ਨਾਨਕ ਸਾਹਿਬ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਪੈ ਗਏ ਆ, ਬਸ ਇਹ ਸ਼ਰਨ ਵਿੱਚ ਜਿਹੜਾ ਪੈਣਾ ਨਾ ਇਹਦੀ ਹੀ ਲਾਜ ਰੱਖ ਕੇ ਸਾਡੇ ਤੇ ਕਿਰਪਾ ਕਰ ਦੇਵੋ। ਸੁਣ ਅਧੀਨਤਾ ਤਿਨ ਜਗਤੇਸ਼ਾ। ਜਦੋਂ ਇਹਨਾਂ ਦੀ ਨਿਮਰਤਾ, ਇਹਨਾਂ ਦੇ ਅੰਦਰ ਦੀ ਭਾਵਨਾ ਜਗਤ ਦੇ ਈਸ਼ਵਰ ਸਤਿਗੁਰੂ ਜੀ ਨੇ ਸੁਣੀ ਹੈ। ਦੇਤ ਭਏ ਆਪਨ ਉਪਦੇਸ਼ਾ। ਗੁਰੂ ਨਾਨਕ ਸਾਹਿਬ ਜੀ ਫਿਰ ਇਹਨਾਂ ਨੂੰ ਉਪਦੇਸ਼ ਦਿੰਦੇ ਹਨ। ਸਤ ਨਾਮ ਸਿਮਰੋ ਲਿਵ ਲਾਭੋ। ਸਾਹਿਬ ਜੀ ਕਹਿੰਦੇ ਬਸ ਇੱਕ ਕੰਮ ਕਰੋ, ਸਤ ਨਾਮ ਸਿਮਰੋ, ਸੱਚੇ ਨਾਮ ਦਾ ਸਿਮਰਨ ਕਰੋ, ਚੇਤੇ ਕਰੋ, ਲਿਵ ਲਾਵੋ, ਲਿਵ ਲਾ ਕੇ ਸੁਰਤ ਜੋੜ ਕੇ ਸੱਚੇ ਨਾਮ ਦਾ ਅਭਿਆਸ ਕਰੋ, ਸੁਰਤ ਨੂੰ ਜੋੜ ਕੇ ਸੱਚੇ ਨਾਮ ਨੂੰ ਸਿਮਰਨਾ ਕਰੋ। ਤਹਤੇ ਸਗਰੀ ਇੱਛ ਪੁਜਾਵੋ। ਜਦੋਂ ਤੁਸੀਂ ਸੱਚੇ ਨਾਮ ਦੇ ਅਭਿਆਸੀ ਬਣੋਗੇ, ਸੱਚੇ ਨਾਮ ਦਾ ਸਿਮਰਨ ਕਰੋਗੇ ਤਾਂ ਜਿਹੜੀ ਤੁਹਾਡੇ ਅੰਦਰ ਜਗਿਆਸਾ ਪੈਦਾ ਹੋਏਗੀ। ਧਿਆਨ ਰੱਖਣਾ, ਹਜੇ ਅਸੀਂ ਤਰੈ ਗੁਣੀ ਮਾਇਆ ਵਿੱਚ ਫਸੇ ਹੋਈਆਂ, ਇੱਛਾਵਾਂ ਨਹੀਂ ਮੁੱਕਦੀਆਂ। ਸਵੇਰੇ ਇੱਛਾ ਹੋਰ ਹੁੰਦੀ ਹੈ, ਦੁਪਹਿਰੇ ਹੋਰ, ਰਾਤੀ ਹੋਰ, ਅੱਜ ਹੋਰ, ਕੱਲ ਹੋਰ। ਅਸੀਂ ਰੋਜ਼ ਇੱਛਾ ਹੀ ਲੈ ਕੇ ਆ ਰਹੇ ਹਾਂ। ਵਾਹਿਗੁਰੂ ਜੀ ਆਹ ਇੱਛਾ ਪੂਰੀ ਹੋ ਜਾਏ, ਆਹ ਹੋ ਜਾਏ, ਆਹ ਹੋ ਜਾਏ, ਆਹ ਹੋ ਜਾਏ। ਜਿਹੜਾ ਅੰਦਰੋਂ ਅਸਲ ਵਿੱਚ ਜਗਿਆਸੂ ਬਣ ਕੇ ਆਉਣਾ ਸੀ ਉਹ ਤੇ ਹਜੇ ਸੁੱਤਾ ਹੀ ਪਿਆ, ਉੱਥੇ ਹਜੇ ਸੁੱਤਾ ਹੀ ਪਿਆ। ਮਹਾਰਾਜ ਜੀ ਕਹਿੰਦੇ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ। ਜਦ ਸਾਹਿਬ ਕਹਿੰਦੇ ਇੱਛਾ ਦੀ ਪੂਰਤੀ ਹੋ ਜਾਏਗੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰਤੀ ਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਦੂਸਰੀ ਗੱਲ, ਮਨ ਸੁੱਤਾ ਪਿਆ, ਸਰੀਰ ਇੱਛਾ ਲੈ ਕੇ ਆ ਰਿਹਾ ਹੈ। ਸਰੀਰ ਦੀਆਂ ਇੱਛਾਵਾਂ ਬਹੁਤ ਨੇ, ਸਰੀਰ ਦੀਆਂ ਮੰਗਾਂ ਬਹੁਤ ਨੇ, ਮੁੱਕਦੀਆਂ ਕੋਈ ਨਹੀਂ। ਸੇਵਾ ਥੋੜੀ ਮੰਗਣ ਬਹੁਤਾ। ਪਰ ਜਿਸ ਦਿਨ ਮਨ ਜਾਗੇਗਾ ਉਹਨੂੰ ਫਿਰ ਜਗਿਆਸੂ ਕਹਿੰਦੇ ਆ। ਜਦੋਂ ਮਨ ਜਾਗੇਗਾ ਨਾ, ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜਦੋਂ ਇਹ ਜਾਗੇਗਾ ਫਿਰ ਇਹਦੀਆਂ ਇੱਛਾਵਾਂ ਖਤਮ ਹੋ ਜਾਣਗੀਆਂ। ਇਹਦੀ ਇੱਕੋ ਹੀ ਇੱਛਾ ਹੋਏਗੀ ਕਿ ਵਾਹਿਗੁਰੂ ਜੀ ਇਹ ਜਨਮ ਤੁਹਾਰੇ ਲਿਖੇ, ਇੱਕੋ ਹੀ ਇੱਛਾ ਕਿ ਬਸ ਇਹ ਜਨਮ ਤੇਰੇ ਲੇਖੇ ਵਿੱਚ ਲੱਗ ਜਾਏ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਸ ਲਈ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਸਿਮਰਨ ਲਿਵ ਲਾ ਕੇ ਕਰੋਗੇ ਤਾਂ ਜੋ ਤੁਹਾਡੇ ਅੰਦਰ ਇੱਛਾ ਪ੍ਰਗਟ ਹੋਏਗੀ, ਜਗਿਆਸੂ ਮਨ ਬਣੇਗਾ ਤੇ ਜਿਹੜੀ ਆਸ ਉਹਦੇ ਅੰਦਰ ਬਣੇਗੀ ਪ੍ਰਭੂ ਮਿਲਣ ਦੀ, ਫਿਰ ਉਹ ਤੁਹਾਡੀ ਆਸ ਪੂਰੀ ਹੋ ਜਾਵੇਗੀ। ਹੁਕਮ ਸਤ ਮਨ ਹੋ ਕਰਤਾਰਾ। ਜਦੋਂ ਤੁਸੀਂ ਉਸ ਕਰਤਾਰ ਦਾ ਹੁਕਮ ਸਤ ਕਰਕੇ ਮੰਨੋਗੇ, ਮਰਨ ਜੀਵਨ ਜਾਨੋ ਇੱਕ ਸਾਰਾ। ਇਹ ਮਰਨ ਔਰ ਜੀਵਨ ਵਿੱਚੋਂ ਨਿਕਲਣਾ ਪੈਣਾ ਤੁਹਾਨੂੰ। ਆਵਾਗਮਨ ਵਾਲੀ ਖੇਡ ਨੂੰ ਸਮਝਣਾ ਪੈਣਾ ਹੈ, ਕਿਉਂਕਿ ਜਨਮ ਵੀ ਉਹਦੇ ਹੁਕਮ ਵਿੱਚ ਹੈ ਤੇ ਮਰਨਾ, ਮੌਤ ਵੀ ਉਹਦੇ ਹੁਕਮ ਵਿੱਚ ਹੈ। ਸਰੀਰ ਦਾ ਆਉਣਾ, ਸਰੀਰ ਦਾ ਚਲੇ ਜਾਣਾ, ਇਹ ਉਹਦੇ ਹੁਕਮ ਵਿੱਚ ਹੈ। ਅਸੀਂ ਸਰੀਰ ਕਰਕੇ ਨਹੀਂ ਰੋਣਾ, ਅਸੀਂ ਸਰੀਰ ਕਰਕੇ ਨਹੀਂ। ਆ ਜਿਹੜਾ ਆਨੰਦ ਗੁਰੂ ਸਾਹਿਬ ਨੇ ਬਾਣੀ ਵਿੱਚ ਦਿੱਤਾ ਹੈ ਉਹ ਆਨੰਦ ਸਰੀਰ ਦਾ ਨਹੀਂ ਹੈ, ਉਹ ਆਨੰਦ ਹੈ ਸਾਡੀ ਜੀਵ ਆਤਮਾ ਦਾ। ਇਹ ਸਰੀਰ ਨਹੀਂ ਕਹਿੰਦਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਇਹ ਸਰੀਰ ਨਹੀਂ ਕਹਿੰਦਾ, ਇਹ ਮਨ ਕਹਿੰਦਾ, ਕਿਉਂਕਿ ਅੰਦਰ ਜੀਵ ਆਤਮਾ ਨੂੰ ਆਨੰਦ ਮਿਲ ਗਿਆ। ਇਹ ਸਰੀਰ ਵਾਲਾ ਆਨੰਦ ਨਹੀਂ ਹੈ, ਕਿਉਂਕਿ ਸਭ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਉਹ ਆਨੰਦ ਹੋਰ ਹੈ। ਅਸੀਂ ਆਪਣੇ ਮੁਖੋਂ ਕੁਝ ਹੋਰ ਆਨੰਦ ਬੋਲਦੇ ਹਾਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਆਹ ਜਿਹੜਾ ਜੰਮਣ ਮਰਨ ਹੈ ਇਹਦੇ ਵਿੱਚੋਂ ਦੀ ਨਿਕਲਣਾ ਹੈ, ਦੁੱਖ ਸੁੱਖ ਤੋਂ ਨਿਆਰੇ ਹੋਣਾ ਹੈ ਅਸੀਂ, ਤਾਂ ਜਾ ਕੇ ਜੀਵਨ ਸਫਲ ਹੁੰਦਾ ਹੈ। ਹਰਖ ਸ਼ੌਕ ਤੇ ਮਨ ਤਿਰ ਕੀਜੈ। ਮਨ ਨੂੰ ਆਪਣੇ ਨੂੰ ਥਿਰ ਕਰ ਲਓ ਸੱਚੇ ਨਾਮ ਨਾਲ ਜੋੜ ਕੇ, ਇਹ ਹਰਖ ਸ਼ੋਕ ਤੋਂ ਨਿਆਰਾ ਹੋ ਜਾਵੇ। ਬਿਨਾ ਸੰਸੇ ਤਬ ਮੁਕਤ ਹੋਵੀ ਜੈ। ਜਦੋਂ ਦੁੱਖ ਸੁੱਖ ਨੂੰ ਇੱਕ ਕਰ ਲੋਗੇ, ਹਰਖ ਸ਼ੋਕ ਨੂੰ ਇੱਕ ਕਰ ਲੋਗੇ, ਮਾਨ ਅਪਮਾਨ ਨੂੰ ਇੱਕ ਕਰ ਲੋਗੇ, ਉਸ ਦਿਨ ਕਹਿੰਦੇ ਕੋਈ ਸ਼ੰਕਾ ਮਨ ਵਿੱਚ ਨਹੀਂ ਰਹਿ ਜਾਏਗੀ, ਤਾਂ ਤੁਸੀਂ ਮੁਕਤ ਹੋ ਜਾਓਗੇ। ਤੁਹਾਡਾ ਇਹ ਜੀਵ ਜਿਹੜਾ ਜੀਵ ਆਤਮਾ ਦਾ ਮਿਲਣ ਪਰਮਾਤਮਾ ਨਾਲ ਹੋ ਜਾਏਗਾ। ਪਰ ਹੁਣ ਹਰਖ ਸ਼ੋਕ ਤੋਂ ਨਿਕਲਣਾ ਕਿਹੜਾ ਸੌਖਾ ਹੈ? ਖੁਸ਼ੀ ਔਰ ਗਮ ਦੇ ਵਿੱਚੋਂ ਨਿਕਲਣਾ ਕਿਹੜਾ ਸੌਖਾ ਹੈ? ਸਾਡਾ ਇੱਕ ਦਿਨ ਹੱਸਦਿਆਂ ਲੰਘਦਾ, ਇੱਕ ਦਿਨ ਰੋਂਦਿਆਂ ਲੰਘਦਾ, ਜਾਂ ਬੰਦਾ ਸਵੇਰੇ ਹੱਸਦਾ ਹੈ ਤੇ ਰਾਤੀ ਰੋਂਦਾ ਹੈ, ਜਾਂ ਕਈਆਂ ਦੀ ਹਾਲਤ ਇਦਾਂ ਦੀ ਹੁੰਦੀ ਹੈ ਉਹ ਪਲ 'ਚ ਹੀ ਹੱਸਦੇ ਨੇ ਤੇ ਪਲ 'ਚ ਹੀ ਰੋਣ ਲੱਗ ਜਾਂਦੇ ਆ। ਇਸ ਲਈ ਮਾਰੇ ਕਹਿੰਦੇ ਇਹਦੇ ਤੋਂ ਨਿਰਲੇਪ ਹੋਣਾ ਪੈਣਾ ਹੈ। ਗੁਰ ਕਿਰਪਾ ਜਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਉਦੋਂ ਤੁਸੀਂ ਮੁਕਤ ਹੋ ਜਾਵੋਗੇ। ਅਸ ਉਪਦੇਸ਼ ਸੁਣਿਓ ਸਿੱਖ ਭਏ। ਜਦੋਂ ਇਸ ਤਰ੍ਹਾਂ ਦਾ ਉਪਦੇਸ਼ ਸੁਣਿਆ, ਇਹਨਾਂ ਨੇ ਸੁਣ ਕੇ ਮੰਨ ਲਿਆ ਤੇ ਕਹਿੰਦੇ ਨੇ ਸਾਰੇ ਦੇ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਸਿੱਖ ਜਿਹੜੇ ਸੀ ਉਹ ਬਣ ਗਏ। ਸ੍ਰੀ ਨਾਨਕ ਮਹਿ ਨਿਸ਼ਚਾ ਕਹੇ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਉੱਤੇ ਨਿਸ਼ਚਾ ਹੋ ਗਿਆ।
ਭਰੋਸਾ ਹੋ ਗਿਆ ਕਿ ਅਸੀਂ ਜੀਵਨ ਮੁਕਤ ਕਿਵੇਂ ਹੋ ਸਕਦੇ ਹਾਂ, ਕਿਵੇਂ ਅਸੀਂ ਪਰਮੇਸ਼ਵਰ ਦਾ ਮਿਲਣ ਜਿਹੜਾ ਉਹ ਕਰ ਸਕਦੇ ਹਾਂ। ਸਤ ਸੰਗਤ ਹੋਵਣ ਤਾਂ ਲਾਗੀ। ਜਿੰਨਾ ਚਿਰ ਗੁਰੂ ਨਾਨਕ ਸਾਹਿਬ ਜੀ ਇੱਥੇ ਰਹੇ ਨੇ, ਸਤ ਸੰਗਤ ਹੁੰਦੀ ਹੈ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਹੋਣ ਲੱਗ ਪਿਆ। ਹਰ ਕੀਰਤ ਗਾਵੇ ਵਡ ਭਾਗੀ। ਵੱਡੇ ਭਾਗਾਂ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਵਿੱਚ ਜੁੜਨ ਲੱਗ ਪਏ। ਹੋਵੇ ਸਿਫਤ ਕਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ ਮੱਲ। ਜਨਮ ਜਨਮ ਦੀ ਮੱਲ ਜਿਹੜੀ ਸੀ ਉਹ ਲੱਥਣੀ ਸ਼ੁਰੂ ਹੋ ਗਈ, ਜਨਮਾਂ ਦੀ ਮੱਲ ਧੁੱਪਣੀ ਸ਼ੁਰੂ ਹੋ ਗਈ। ਤਾਂ ਹੀ ਤੇ ਮਾਰੇ ਕਹਿੰਦੇ ਸੰਗਤ 'ਚ ਬੈਠ ਕੇ ਗੁਣ ਗਾਇਆ ਕਰੋ। ਜਦੋਂ ਗੁਣ ਗਾਓਗੇ ਤੇ ਕੀ ਹੋਏਗਾ? ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਤੁਹਾਡੇ ਕਰੋੜਾਂ ਜਨਮਾਂ ਦੇ ਦੁੱਖ ਜਿਹੜੇ ਨੇ ਮਿਟ ਜਾਣਗੇ। ਇੱਥੇ ਕਹਿੰਦੇ ਸੰਗਤ ਹੋਣ ਲੱਗ ਪਈ, ਵੱਡੇ ਭਾਗਾਂ ਵਾਲੇ ਵਾਹਿਗੁਰੂ ਜੀ ਦੀ ਉਸਤਤ ਵਿੱਚ ਜੁੜਨ ਲੱਗ ਪਏ। ਸੇਵਾ ਸੰਤਨ ਕੀ ਸਭ ਕਰੀ। ਔਰ ਕੇਵਲ ਸਿਮਰਨ ਨਹੀਂ, ਨਾਲ ਨਾਲ ਸੇਵਾ ਵੀ ਦਿੱਤੀ ਹੈ। ਮਾਰੇ ਕਹਿੰਦੇ ਸਰੀਰ ਦਿੱਤਾ ਸੇਵਾ ਵਾਸਤੇ, ਭਲੇ ਵਾਸਤੇ, ਪਰ ਉਪਕਾਰ ਵਾਸਤੇ, ਤੇ ਮਨ ਆਤਮਕ ਤਲ ਦਿੱਤਾ ਹੈ ਸਿਮਰਨ ਵਾਸਤੇ। ਅੰਦਰੋਂ ਸਿਮਰਨ ਨਾਲ ਜੁੜ ਜਾਓ, ਬਾਹਰੋਂ ਸੇਵਾ ਨਾਲ ਜੁੜ ਜਾਓ, ਤਾਂ ਇਹ ਜੀਵਨ ਲਿਖੇ ਲੱਗੇਗਾ। ਹਰ ਸ਼ਰਧਾ ਹਰ ਨਾਮ ਸਿਮਰਹੀ। ਕਹਿੰਦੇ ਸੇਵਾ ਵਿੱਚ ਵੀ ਲੀਨ ਹੁੰਦੇ ਨੇ ਔਰ ਸ਼ਰਧਾ ਧਾਰ ਕੇ ਮਨ ਕਰਕੇ ਸਿਮਰਨ ਵਿੱਚ ਵੀ ਲੀਨ ਹੁੰਦੇ ਹਨ। ਕਿਤਿਕ ਦਿਵਸ ਸ੍ਰੀ ਗੁਰ ਰਹੇ। ਕਈ ਦਿਨ ਇੱਥੇ ਰਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਸੇਵਾ ਔਰ ਸਿਮਰਨ ਦੇ ਨਾਲ ਜੋੜਿਆ ਹੈ। ਦਿਨੋਂ ਧਰਮ ਦਿੜਾਏ। ਸਾਹਿਬ ਜੀ ਨੇ ਦਇਆ ਵਾਲਾ ਗੁਣ ਦੇ ਕੇ ਇਹਨਾਂ ਨੂੰ ਧਰਮੀ ਬਣਾ ਦਿੱਤਾ ਵੀ ਧਰਮੀ ਬਣੋਗੇ ਤਾਂ ਜਾ ਕੇ ਜੀਵਨ ਮੁਕਤ ਹੋਇਆ ਜਾਣਾ ਹੈ। ਕਰ ਸੰਤੋਖ ਸਿੰਘ ਬੰਦਨਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਜਿਹੜਾ ਪ੍ਰਸੰਗ ਤੁਸੀਂ ਸੁਣਿਆ ਨਾ, ਤੇ ਜਿਹੜਾ ਪ੍ਰਸੰਗ ਮੈਂ ਵੀ ਜਿਹੜਾ ਸੁਣਿਆ ਲਿਖਿਆ, ਇਹ ਸੁਣ ਕੇ ਮੇਰੇ ਵੀ ਹੱਥ ਜੁੜ ਜਾਂਦੇ ਹਨ। ਪੂਰਨ ਹੋਇਓ ਤੇ ਆਏ। ਔਰ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਆਏ ਅਧਿਆਇ ਜਿਹੜਾ ਹੈ ਔਰ ਇਹ ਜਿਹੜਾ ਪ੍ਰਸੰਗ ਹੈ ਇੱਥੇ ਸੰਪੂਰਨ ਹੋ ਜਾਂਦਾ ਹੈ। ਜਿੱਥੇ ਅਧਿਆਇ ਸੰਪੂਰਨ ਹੋਇਆ ਉੱਥੇ ਸਮਾਂ ਵੀ ਜਿਹੜਾ ਉਹ ਸੰਪੂਰਨ ਹੋ ਚੁੱਕਾ ਹੈ। ਗੁਰੂ ਮਹਾਰਾਜ ਨੇ ਦੋ ਬਖਸ਼ਿਸ਼ਾਂ ਇਹਨਾਂ ਨੂੰ ਦਿੱਤੀਆਂ, ਇੱਕ ਸੇਵਾ ਔਰ ਇੱਕ ਸਿਮਰਨ। ਤਨ ਕਰਕੇ ਸੇਵਾ ਵਿੱਚ ਲੀਨ ਹੋ ਜਾਓ, ਮਨ ਕਰਕੇ ਸਿਮਰਨ ਵਿੱਚ ਲੀਨ ਹੋ ਜਾਓ। ਸੇਵਾ ਵੀ ਸਫਲ ਹੋ ਜਾਏਗੀ ਤੇ ਸਿਮਰਨ ਕੀਤਾ ਵੀ ਸਾਡਾ ਸਫਲ ਹੋ ਜਾਏਗਾ। ਤੇ ਮਾਰੇ ਕਹਿੰਦੇ ਜਿਸ ਦਿਨ ਸੇਵਾ ਸਿਮਰਨ ਤੇਰਾ ਲਿਖੇ ਲੱਗ ਗਿਆ, ਉਸ ਦਿਨ ਤੇਰੇ ਜੀਵਨ ਵਿੱਚ ਪਰਮੇਸ਼ਵਰ ਦਾ ਮਿਲਾਪ ਹੋ ਜਾਏਗਾ। ਹਜੇ ਤੇ ਆਪਾਂ ਅਰਦਾਸ ਕਰਨੀ ਆ ਕਿ ਗੁਰੂ ਸਾਹਿਬ ਜੀ ਤੁਹਾਡੇ ਦਰ ਤੇ ਆਏ ਆ, ਇੱਕ ਰਹਿਮਤ ਸਾਡੇ ਤੇ ਕਰ ਦਿਓ ਕਿ ਮਨ ਭਗਤੀ ਦੇ ਰੰਗ ਵਿੱਚ ਰੰਗਿਆ ਜਾਏ। ਇਹ ਨਾਮ ਸਿਮਰਨ ਜਿਹੜਾ ਇਹ ਸਾਡੇ ਲਈ ਭਗਤੀ ਦਾ ਰੂਪ ਬਣ ਜਾਏ। ਤੁਹਾਡੇ ਦਰ ਤੇ ਇਹ ਪੁਕਾਰ ਹੈ ਸਾਡੀ ਪੁਕਾਰ ਨੂੰ ਸੁਣ ਕੇ ਸਾਡੇ ਤੇ ਰਹਿਮਤ ਵਰਤਾਓ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਵਾਹਿਗੁਰੂ 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 ਵਾਹਿਗੁਰੂ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਇਹ ਸਾਡੀ ਸਭਨਾਂ ਦੀ ਬੇਨਤੀ ਪੁਕਾਰ ਫਰਿਆਦ ਹੈ ਤਾਂ ਕਿ ਸਾਡੇ ਮਨ ਨੂੰ ਭਗਤੀ ਦਾ ਜਾਗ ਲੱਗ ਜਾਏ। ਨਾਮ ਦੇ ਰੰਗ ਵਿੱਚ ਰੰਗਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਆਪ ਵੀ ਜੁੜੋ, ਹੋਰਾਂ ਨੂੰ ਵੀ ਬਾਣੀ ਤੇ ਬਾਣੀ ਦੇ ਨਾਲ ਜੋੜੋ ਤਾਂ ਕਿ ਸਾਡੇ ਜੀਵਨ ਵਿੱਚ ਅਸਲ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਣ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ।